कोविड खत्म तो होगा दो तरीके दे नाल, या फिर काफ़ी लोगों को हो चुका होएगा जिन्हों कहते हैं हर्ड इम्यूनिटी 70 ਤੋਂ 80% लोगों को है ना, या फिर ये असिस्टेड वैक्सीनेशन होगी जिहड़ी इम्यूनिटी देगी। सो नैचुरल किसी को कोविड हो गया या उन्होंने वैक्सीन के नाल उहदी प्रोटैक्शन हो गई। केयर कर रहे हैं क्योंकि मैनूं लगदा भी जिहड़े सियालां 'च रैगूलर फ्लू भी रहूगा तो कोविड भी रहूगा। लैब दे विच क्रिएट नहीं किया गया या छड्डिया गया बायो टैरोरिज्म जिन्हों आपां कहते हैं, ये नैचुरल हैगा। एक तो ये धारणा चेंज हुई, दूजी गल ये हैगी आ भी ये कोई भी अंग नूं इन्फैक्ट कर सकदा। ਇਹਦੇ ਮੁੱਢਲੇ ਲੱਛਣ ਤਾਂ ਆਪਾਂ ਇਹੀ ਕਹਾਂਗੇ ਬੁਖਾਰ ਹੁੰਦਾ, ਖੰਘ ਹੁੰਦੀ ਆ, ਸਾਹ ਚੜਦਾ, ਲੇਕਿਨ ਉਲਟੀਆਂ ਟੱਟੀਆਂ ਵੀ ਹੋ ਸਕਦੀਆਂ, ਰੈਸ਼ ਵੀ ਹੋ ਸਕਦਾ, ਚੱਕਰ ਵੀ ਆ ਸਕਦੇ ਆ। ਸੋ ਕੋਈ ਵੀ ਇਹ ਲੱਛਣ ਜਿਹੜਾ ਹੈਗਾ ਵਾਇਰਸ ਕ੍ਰੀਏਟ ਕਰ ਸਕਦਾ। ਔਰ ਵੱਖ-ਵੱਖ ਕੰਟਰੀ 'ਚ ਵੱਖ-ਵੱਖ ਇਹਦੇ ਲੱਛਣ ਰਿਪੋਰਟ ਕੀਤੇ ਗਏ, ਜਿੱਦਾਂ ਮੈਂ ਬੱਚਿਆਂ 'ਚ ਵੀ ਦੱਸਿਆ ਸੀ ਹੈ ਨਾ। ਆਕਸਫੋਰਡ ਦਾ ਜਿਹੜਾ ਵੈਕਸੀਨ ਹੈਗਾ ਐਕਚੁਅਲੀ ਕੋਵਿਡ ਦੇ ਨਾਲ ਰਲਦਾ ਮਿਲਦਾ ਵਾਇਰਸ, ਇਹਨੂੰ ਕਹਿੰਦੇ ਐਡੀਨੋ ਵਾਇਰਸ ਜੀ। ਉਹਦੀ ਪਾਰਟੀਕਲਸ ਤੋਂ ਲੈ ਕੇ ਬਣਾਈ ਗਈ ਸੀ ਤਾਂ ਕਿ ਕੋਵਿਡ ਦੇ ਅਗੇਂਸਟ ਐਂਟੀਬੋਡੀਜ਼ ਬਣਾਏ। ਜਦੋਂ ਲੈਬ 'ਚ ਕੀਤਾ ਫੇਜ਼ 1 ਫੇਜ਼ 2 ਕੀਤਾ ਤੇ ਐਂਟੀਬੋਡੀਜ਼ ਤੇ ਬਣਾ ਰਿਹਾ ਸੀ। ਉਹ ਜਿਹੜਾ ਫੇਜ਼ 3 ਆ, ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾ ਹੈ ਨਾ, ਉਹ 30 ਤੋਂ 50,000 ਵਿਅਕਤੀਆਂ, ਮਿਨੀਮਮ 30,000 ਚਾਹੀਦੇ ਆ, 30 ਤੋਂ 50,000 ਵਿਅਕਤੀਆਂ ਦੇ ਵਿੱਚ ਵੈਕਸੀਨ ਲਾਉਣਾ ਪੈਂਦਾ। ਅੱਧੇ ਜਿਹੜੇ ਹੁੰਦੇ ਉਹਨਾਂ ਨੂੰ ਵੈਕਸੀਨ ਲੱਗਦਾ, ਅੱਧਿਆਂ ਨੂੰ ਨਹੀਂ ਲੱਗਦਾ। ਔਰ ਕਿਸੇ ਨੂੰ ਨਹੀਂ ਪਤਾ ਹੁੰਦਾ ਮੈਨੂੰ ਵੈਕਸੀਨ ਲੱਗਾ ਕਿ ਨਹੀਂ ਲੱਗਾ, ਕਿ ਉਹ ਵੋਲੰਟੀਅਰ ਨੂੰ ਹਸਪਤਾਲ ਜਾਣ ਦੀ ਲੋੜ ਪਈ ਕੋਈ ਵੀ ਰੀਜ਼ਨ ਕਰਕੇ ਵੈਕਸੀਨ ਤੋਂ ਬਾਅਦ। ਦੂਜਾ ਕੀ ਉਹਨੂੰ ਦਾਖਲ ਕਰਨਾ ਪਿਆ ICU 'ਚ। ਤੀਜਾ ਕੀ ਉਹਦੀ ਮੌਤ ਹੋ ਗਈ ਕਿ ਨਹੀਂ ਹੋ ਗਈ। ਜਿਹੜੇ ਇਹ ਵੋਲੰਟੀਅਰ ਹੈ ਇਹ ਸਾਰੇ ਹੈਲਦੀ ਹੁੰਦੇ, ਇਹ ਸਾਰੇ ਯੰਗ ਏਜ ਦੇ ਵੀ ਹੁੰਦੇ। ਔਰ ਇਹ ਜਿਹੜਾ ਵੋਲੰਟੀਅਰ ਆ ਇਹ ਬਿਲਕੁਲ ਹੈਲਦੀ ਆ, ਯੰਗ ਏਜ ਦਾ ਹੈਗਾ, ਇਹਨੂੰ ਕੋਈ ਰੋਗ ਨਹੀਂ ਹੈਗਾ ਪਹਿਲਾਂ, ਜਿਹਨੂੰ ਵੈਕਸੀਨ ਲਾਈ ਗਈ। ਹਾਂ, ਜਿਹਨੂੰ ਮਤਲਬ ਫੇਜ਼ 3 ਦੇ ਵਿੱਚ ਆਕਸਫੋਰਡ ਦੀ ਵੈਕਸੀਨ ਲੱਗੀ। ਉਹਦੇ ਬਾਅਦ ਉਹਨੂੰ ਜਿਹੜੀ ਮੈਡੀਕਲ ਕੰਡੀਸ਼ਨ ਹੋਈ ਜਿਹਦੇ ਕਰਕੇ ਉਹ ਹਸਪਤਾਲ 'ਚ ਦਾਖਲ ਹੋਇਆ, ਉਹਦਾ ਨਾਮ ਹੈਗਾ ਟ੍ਰਾਂਸਵਰਸ ਮਾਈਲਾਈਟਿਸ, TRANSVERSE ਮਾਈਲਾਈਟਿਸ, MYELITS। ਇਹਦਾ ਇਹ ਅਰਥ ਹੁੰਦਾ ਵੀ ਜਿਹੜਾ ਸਾਡਾ ਬ੍ਰੇਨ ਦੇ ਉੱਤੇ ਜਿਹੜੀ ਕਵਰਿੰਗ ਹੁੰਦੀ ਹੈ ਉਹ ਹੁੰਦੀ ਮਾਈਲਿਨ ਦੀ ਸ਼ੀਟ, ਔਰ ਉਹੀ ਸਾਡੇ ਸਪਾਈਨਲ ਕੋਰਡ ਦੇ ਵਿੱਚ ਵੀ ਚੱਲਦੀ ਆ, ਜਿਹੜਾ ਰੀੜ ਦੇ ਵਿੱਚ ਸਾਡਾ ਬ੍ਰੇਨ ਦਾ ਚੱਲਦਾ। ਸੋ ਇਹ ਸਪਾਈਨਲ ਕੋਰਡ ਦੀ ਜਿਹੜੀ ਉੱਪਰਲੀ ਜਿਹੜੀ ਪਰਤ ਆ ਜਾਂ ਸ਼ੀਟ ਹੈ ਜਾਂ ਕਵਰਿੰਗ ਆ, ਉਹ ਥੋੜ੍ਹੀ ਲੈਣੀ ਸ਼ੁਰੂ ਹੋ ਗਈ ਇਸ ਵਿਅਕਤੀ ਦੀ, ਜਿਹਦੇ ਕਰਕੇ ਜਿਹੜੀ ਨਰਵਸ ਦੇ ਵਿੱਚ ਸਿਗਨਲ ਆ ਪੈਰਾਂ ਨੂੰ, ਟੱਟੀ ਦਾ, ਪਿਸ਼ਾਬ ਦਾ ਤੁਰਨਾ, ਉਹ ਵੀਕ ਹੋ ਕੇ ਇੱਕ ਕਿਸਮ ਦਾ ਜਿੱਦਾਂ ਪੋਲੀਓ ਟਾਈਪ ਹੁੰਦਾ। ਦੱਸੋ ਇਹਦਾ ਮਤਲਬ ਇਹਨੂੰ ਪਹਿਲਾਂ ਇਹ ਬਿਮਾਰੀ ਨਹੀਂ ਸੀ, ਵੈਕਸੀਨ ਦੇਣ ਤੋਂ ਬਾਅਦ ਹੋ ਗਈ। ਬਿਲਕੁਲ। ਸੋ ਇਸ ਲਈ ਮੈਂ ਹਮੇਸ਼ਾ ਕਹਿੰਦਾ ਵੀ ਅਸੀਂ ਉਹ ਚੀਜ਼ ਇੰਜੈਕਟ ਕਰੀਏ ਵੀ ਜਿਹਦੇ ਨਾਲ ਹਾਰਮ ਨਾ ਹੋ, ਡੂ ਨੋ ਹਾਰਮ। ਇਹ ਪਹਿਲਾਂ ਹੁੰਦਾ ਗਾਈਡਲਾਈਨਸ ਮੈਡੀਸਨ ਦਾ। 40 ਕੰਪਨੀਆਂ ਜਿਹੜੀਆਂ ਫੇਜ਼ 1 ਟਰਾਇਲ ਮੁਕੰਮਲ ਕਰ ਚੁੱਕੀਆਂ, 19 ਕੰਪਨੀਆਂ ਜਿਹੜਾ ਫੇਜ਼ 2 ਵੀ ਕਰ ਚੁੱਕੀਆਂ, ਤੇ 9 ਕੰਪਨੀਆਂ ਜਿਹੜਾ ਫੇਜ਼ 3 ਉਹਨਾਂ ਦਾ ਹਾਫਵੇ ਥਰੂ ਚੱਲ ਰਿਹਾ। ਜਿਹਦੇ ਵਿੱਚ ਕੀ ਕੰਪਨੀ? ਇਹ ਕੰਪਨੀ ਵਿੱਚ ਸੀ। ਉੱਥੇ ਸੋਜ ਕਰਦਾ, ਪਾਣੀ ਕਰਦਾ, ਤੁਹਾਨੂੰ ਬਰੀਥਿੰਗ 'ਚ ਪ੍ਰੋਬਲਮ ਆਉਂਦੀ ਆ, ਕਈਆਂ ਨੂੰ ਹਸਪਤਾਲ ਜਾਣਾ ਪੈਂਦਾ, ਕਈਆਂ ਨੂੰ ICU ਵੈਂਟੀਲੇਟਰ 'ਤੇ ਜਾਣਾ ਪੈਂਦਾ। ਲੇਕਿਨ ਇਹ ਵਾਇਰਸ ਹਾਰਟ ਦੇ ਉੱਤੇ ਵੀ ਇਫੈਕਟ ਕਰ ਰਿਹਾ, ਇਹ ਵਾਇਰਸ ਸਾਡੇ ਕਲੋਟਿੰਗ ਦੇ ਉੱਤੇ ਇਫੈਕਟ ਕਰਦਾ ਪਿਆ। ਇਹ ਵਾਇਰਸ ਦੇਖੋ ਹੁਣ ਬੱਚੇ ਜਿਹੜੇ BC 'ਚ 8 ਕੇਸ ਸਾਡੇ ਸਾਹਮਣੇ ਆਏ ਸੀ, ਮਲਟੀ ਸਿਸਟਮਿਕ ਇਨਫਲੇਮੇਟਰੀ, ਪੂਰੀ ਬੋਡੀ 'ਚ ਇਨਫਲੇਮੇਸ਼ਨ ਕਰਦਾ। ਉਹਦੇ 'ਚ 2 ICU 'ਚ ਵੀ ਸੀ ਜਿਨ੍ਹਾਂ ਨੂੰ ਬਹੁਤ ਸਟਰੋਂਗ ਦਵਾਈਆਂ ਦੇ ਕੇ ਬਚਾਇਆ ਗਿਆ। 4 ਅਮਰੀਕਾ ਇਕੱਠੇ ਕਰੀਏ 1 ਇੰਡੀਆ ਬਣਦਾ, ਅਗਰ 40 ਕੈਨੇਡਾ ਇਕੱਠੇ ਕਰੀਏ ਤਾਂ 1 ਇੰਡੀਆ ਦੀ ਪੋਪੂਲੇਸ਼ਨ ਬਣਦੀ ਹੈ। ਸੋ ਇਸ ਲਈ ਇਹ ਪੋਪੂਲੇਸ਼ਨ ਦੇ ਆਧਾਰ ਦੇ ਉੱਤੇ ਹੁੰਦਾ। ਨਾਲੇ ਇੱਥੇ ਦੇਖੋ ਪਹਿਲੋਂ ਸਰਬ ਹੁੰਦਾ ਸੀ $2,000 ਦਾ, ਫਿਰ ਉਹਨੂੰ ਅਨਐਮਪਲੋਇਮੈਂਟ ਇੰਸ਼ੋਰੈਂਸ ਅਤੇ ਹੋਰ ਗ੍ਰਾਂਟਸ ਵਗੈਰਾ ਹੈਗੀਆਂ ਵੀ ਲੋਕੀ ਜਿਹੜੇ ਹੈਗੇ ਆ ਭੁੱਖੋਂ ਜਾਂ ਕਿਰਾਏ ਤੋਂ ਜਾਂ ਹੋਰ ਚੀਜ਼ਾਂ ਤੋਂ ਤੰਗ ਨਾ ਹੋ ਸਕਣ। ਲੇਕਿਨ ਕਈ ਦੇਸ਼ 'ਚ ਕੋਈ ਸੁਵਿਧਾ ਨਹੀਂ ਹੈਗੀ। ਜਿਹੜਾ ਵਿਅਕਤੀ ਆ ਉਹ ਦਿਹਾੜੀ ਲਾ ਕੇ ਆਵੇ, ਉਹ ਆਪਣੇ ਟੱਬਰ ਨੂੰ ਪਾਲੇ ਕੇ ਘਰ ਬੈਠਾ ਰਹੇ ਲੋਕਡਾਊਨ 'ਚ। ਸੋ ਕਈ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਟਰਬਲਸਮ ਹੈ। 95,000 ਮਾਮਲੇ ਹਿੰਦੁਸਤਾਨ 'ਚ ਕੱਲ੍ਹ ਪੋਜ਼ੀਟਿਵ ਆਏ ਆ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ ਖਾਸ ਗੱਲਬਾਤ ਕਰਨ ਆਏ ਹਾਂ ਕੋਵਿਡ-19 ਵੈਕਸੀਨ ਬਾਰੇ। ਕੁਝ ਕੁ ਖਬਰਾਂ ਆ ਰਹੀਆਂ ਇਸ ਵੇਲੇ ਕੋਵਿਡ-19 ਦੀ ਵੈਕਸੀਨ ਬਾਰੇ ਕਿ ਵੈਕਸੀਨ ਜਿਹੜੀ ਆਉਣੀ ਸੀ ਉਹ ਰੁਕ ਗਈ ਆ, ਹੁਣ ਨਹੀਂ ਆਉਣੀ, ਲੇਟ ਹੋ ਗਈ ਆ, ਕੋਈ ਉਹਦਾ ਕੋਈ ਅਸਰ ਹੋਇਆ, ਕੀ ਮਾਮਲਾ ਹੋਇਆ ਇਹ, ਇਹਦੇ ਬਾਰੇ ਗੱਲਬਾਤ ਕਰਾਂਗੇ। ਕਿਹੜੀ ਵੈਕਸੀਨ ਆਉਣੀ ਆ, ਕਦੋਂ ਆਉਣੀ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਇਸ ਵੇਲੇ ਸਕੂਲ ਖੁੱਲ੍ਹ ਜਾਣੇ ਆ, ਕੱਲ੍ਹ ਨੂੰ ਬੱਚੇ ਆਉਣਗੇ, ਕੀ ਉਹਦੇ ਬਾਰੇ ਹਾਲਤ ਆ। ਸਾਡੀਆਂ BC ਦੀਆਂ ਸਰਕਾਰ ਕੀ ਕਰ ਰਹੀ ਹੈ, ਕੈਨੇਡਾ ਦੀ ਸਰਕਾਰ ਕੀ ਕਹਿ ਰਹੀ ਹੈ, ਵਿਸ਼ਵ ਪੱਧਰ ਦੇ ਉੱਤੇ ਕੋਵਿਡ ਦੇ ਬਾਰੇ ਕੀ ਹੋ ਰਿਹਾ। ਅੱਜ ਇਸ ਅਪਡੇਟ ਦੇ ਲਈ ਅਸੀਂ ਉਹਨਾਂ ਕੋਲ ਖਾਸ ਤੌਰ 'ਤੇ ਹਾਜ਼ਰ ਹੋਏ ਹਾਂ।
ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜਿਹੜੀ ਵੈਕਸੀਨ ਆਉਣੀ ਸੀ ਕਹਿੰਦੇ ਹੁਣ ਰੁਕ ਗਈ, ਉਹ ਕੀ ਮਾਮਲਾ ਜੀ? ਹਾਂਜੀ, ਖਬਰ ਅਰਲੀ ਮਾਰਨਿੰਗ ਹੀ ਸਾਰੇ ਨਿਊਜ਼ ਅਦਾਰਿਆਂ ਨੇ ਸ਼ੇਅਰ ਕੀਤੀ ਸੀ। ਜਿਹੜੀ ਆਕਸਫੋਰਡ ਆ ਲੰਡਨ ਦੇ ਵਿੱਚ ਬਹੁਤ ਵੱਡੀ ਟਰਾਇਲ ਚੱਲ ਰਹੀ ਸੀ ਔਰ ਜਿਹੜੀ ਕੰਪਨੀ ਹੈਗੀ ਐਸਟਰਾਜ਼ੈਨੇਕਾ ਜੀ। ਉਹ ਮਤਲਬ ਵੈਕਸੀਨ ਟਰਾਇਲ ਕਰ ਰਹੀ ਸੀ। ਹੁਣ ਤੁਹਾਨੂੰ ਪਤਾ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਸਾਂਝੀ ਕਰਦੇ ਆ ਰਹੇ ਹਾਂ, ਮੋਡਰਨਾ ਤੇ ਆਕਸਫੋਰਡ ਇਹ ਅਵਲ ਦਰਜੇ 'ਚ ਲੀਡਰ ਹੈਗੇ ਆ ਵੀ ਗਾਂ ਇਹਨਾਂ ਦੀ ਟਰਾਇਲਾਂ ਚੱਲ ਰਹੀਆਂ ਸੀ ਜੀ। ਔਰ ਜਿਹੜਾ ਆਕਸਫੋਰਡ ਦਾ ਜਿਹੜਾ ਵੈਕਸੀਨ ਹੈਗਾ ਐਕਚੁਅਲੀ ਕੋਵਿਡ ਦੇ ਨਾਲ ਰਲਦਾ ਮਿਲਦਾ ਵਾਇਰਸ, ਉਹਨੂੰ ਕਹਿੰਦੇ ਐਡੀਨੋ ਵਾਇਰਸ, ਜੀ। ਉਹਦੀ ਪਾਰਟੀਕਲਸ ਤੋਂ ਲੈ ਕੇ ਬਣਾਈ ਗਈ ਸੀ ਤਾਂ ਕਿ ਕੋਵਿਡ ਦੇ ਅਗੇਂਸਟ ਐਂਟੀਬਾਡੀਜ਼ ਬਣਾਏ। ਜਦੋਂ ਲੈਬ 'ਚ ਕੀਤਾ, ਫੇਜ਼ 1 ਫੇਜ਼ 2 ਕੀਤਾ ਤੇ ਐਂਟੀਬਾਡੀਜ਼ ਤੇ ਬਣਾ ਰਿਹਾ ਸੀ। ਉਹ ਜਿਹੜਾ ਫੇਜ਼ 3 ਆ, ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾ ਹੈ ਨਾ, ਉਹ 30 ਤੋਂ 50 ਹਜ਼ਾਰ ਵਿਅਕਤੀਆਂ, ਮਿਨੀਮਮ 30 ਹਜ਼ਾਰ ਚਾਹੀਦੇ ਆ, 30 ਤੋਂ 50 ਹਜ਼ਾਰ ਵਿਅਕਤੀਆਂ ਦੇ ਵਿੱਚ ਵੈਕਸੀਨ ਲਾਉਣਾ ਪੈਂਦਾ। ਅੱਧੇ ਜਿਹੜੇ ਹੁੰਦੇ ਉਹਨਾਂ ਨੂੰ ਵੈਕਸੀਨ ਲੱਗਦਾ, ਅੱਧਿਆਂ ਨੂੰ ਨਹੀਂ ਲੱਗਦਾ ਔਰ ਕਿਸੇ ਨੂੰ ਨਹੀਂ ਪਤਾ ਹੁੰਦਾ ਮੈਨੂੰ ਵੈਕਸੀਨ ਲੱਗਾ ਕਿ ਨਹੀਂ ਲੱਗਾ। ਡਬਲ ਬਲਾਈਂਡ ਰੈਂਡਮਾਈਜ਼ ਕੰਟਰੋਲ ਟਰਾਇਲ ਹੁੰਦੀ, ਨਾ ਡਾਕਟਰ ਨੂੰ ਪਤਾ ਹੁੰਦਾ ਨਾ ਪੇਸ਼ੈਂਟ ਜਿਹੜਾ ਵੋਲੰਟੀਅਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੈਨੂੰ ਵੈਕਸੀਨ ਲੱਗ ਰਿਹਾ ਕਿ ਇੱਕ ਪਾਣੀ ਦਾ ਟੀਕਾ ਹੀ ਲੱਗ ਰਿਹਾ। ਸੋ ਉਹਦੇ ਵਿੱਚ 60% ਜਿਹੜੇ ਹੈਗੇ ਆ ਲੋਕਾਂ ਨੇ ਕਿਹਾ ਸੀ ਵੀ ਸਾਨੂੰ ਬੁਖਾਰ ਚੜ੍ਹਦਾ, ਸਿਰ ਦੁਖਦਾ, ਕਾਂਬਾ ਹੁੰਦਾ ਤੇ 1-2 ਦਿਨ 'ਚ ਹਟ ਜਾਂਦਾ। ਔਰ ਇਹ ਕਾਫੀ ਵੈਕਸੀਨ 'ਚ ਬੁਖਾਰ ਤਾਂ ਚੜ੍ਹਦਾ ਹੁੰਦਾ। ਤੁਹਾਨੂੰ ਪਤਾ ਬੱਚਿਆਂ ਜਦੋਂ ਤੁਸੀਂ ਵੈਕਸੀਨ ਲਾਉਂਦੇ ਅਕਸਰ ਮਾਵਾਂ ਕਹਿੰਦੀਆਂ ਟਾਈਮ ਸਾਨੂੰ ਦੇਣਾ ਪੈ ਰਿਹਾ। ਲੇਕਿਨ ਜਿਹੜਾ ਮਾਮਲਾ ਗੰਭੀਰ ਹੁੰਦਾ ਉਹ 3 ਹੁੰਦੇ। ਇੱਕ ਹੁੰਦਾ ਵੀ ਕਿ ਉਹ ਵੋਲੰਟੀਅਰ ਨੂੰ ਹਸਪੀਟਲ ਜਾਣ ਦੀ ਲੋੜ ਪਈ ਕੋਈ ਵੀ ਰੀਜ਼ਨ ਕਰਕੇ ਵੈਕਸੀਨ ਤੋਂ ਬਾਅਦ। ਦੂਜਾ ਕਿ ਉਹਨੂੰ ਦਾਖਲ ਕਰਨਾ ਪਿਆ ICU 'ਚ। ਤੀਜਾ ਕਿ ਉਹਦੀ ਮੌਤ ਹੋ ਗਈ ਕਿ ਨਹੀਂ ਹੋ ਗਈ। ਹੁਣ ਜਿਹੜਾ ਇਹ ਮਾਮਲਾ ਹੈਗਾ ਜਿਹੜਾ ਜਿਹਦੇ ਕਰਕੇ ਪੌਜ਼ ਲੱਗਾ, ਪੌਜ਼ ਮੀਨਸ ਕੋਈ ਆਪਾਂ ਚੀਜ਼ ਸੁਣ ਰਹੇ ਆ ਦੇਖ ਰਹੇ ਹਾਂ ਉੱਤੇ ਪੌਜ਼ ਦਾ ਬਟਨ ਹੁੰਦਾ, ਸਟਾਪ ਦਾ ਬਟਨ ਨਹੀਂ ਹੈਗਾ, ਪੌਜ਼ ਦਾ ਲੱਗ ਗਿਆ ਵੀ ਥੋੜ੍ਹੇ ਟਾਈਮ ਵਾਸਤੇ ਰੋਕ ਲੱਗ ਗਈ ਆ ਵੀ ਇਹਨੂੰ ਤਫਤੀਸ਼ ਕਰੀਏ ਹੋਇਆ ਤੇ ਹੋਇਆ ਕੀ। ਜਿਹੜੇ ਇਹ ਵੋਲੰਟੀਅਰ ਹੈ ਇਹ ਸਾਰੇ ਹੈਲਦੀ ਹੁੰਦੇ ਆ, ਇਹ ਸਾਰੇ ਯੰਗ ਏਜ ਦੇ ਵੀ ਹੁੰਦੇ ਆ ਔਰ ਇਹ ਜਿਹੜਾ ਵੋਲੰਟੀਅਰ ਆ ਇਹ ਬਿਲਕੁਲ ਹੈਲਦੀ ਆ, ਯੰਗ ਏਜ ਦਾ ਹੈਗਾ, ਇਹਨੂੰ ਕੋਈ ਰੋਗ ਨਹੀਂ ਹੈਗਾ ਪਹਿਲਾਂ ਜਿਹਨੂੰ ਵੈਕਸੀਨ ਲਾਈ ਗਈ ਹੈ। ਹਾਂ, ਜਿਹਨੂੰ ਮਤਲਬ ਫੇਜ਼ 3 ਦੇ ਵਿੱਚ ਆਕਸਫੋਰਡ ਦੀ ਵੈਕਸੀਨ ਲੱਗੀ। ਉਹਦੇ ਬਾਅਦ ਉਹਨੂੰ ਜਿਹੜੀ ਮੈਡੀਕਲ ਕੰਡੀਸ਼ਨ ਹੋਈ ਜਿਹਦੇ ਕਰਕੇ ਉਹ ਹਸਪੀਟਲ 'ਚ ਦਾਖਲ ਹੋਇਆ, ਉਹਦਾ ਨਾਮ ਹੈਗਾ ਟ੍ਰਾਂਸਵਰਸ ਮਾਈਲਾਈਟਿਸ, TRANSVERSE ਮਾਈਲਾਈਟਿਸ, MYELITS। ਇਹਦਾ ਇਹ ਅਰਥ ਹੁੰਦਾ ਵੀ ਜਿਹੜਾ ਸਾਡਾ ਬ੍ਰੇਨ ਦੇ ਉੱਤੇ ਜਿਹੜੀ ਕਵਰਿੰਗ ਹੁੰਦੀ ਹੈ ਉਹ ਹੁੰਦੀ ਮਾਈਲਿਨ ਦੀ ਸ਼ੀਟ ਔਰ ਉਹੀ ਸਾਡੇ ਸਪਾਈਨਲ ਕਾਰਡ ਦੇ ਵਿੱਚ ਵੀ ਚੱਲਦੀ ਹੈ, ਜਿਹੜਾ ਰੀੜ ਦੇ ਵਿੱਚ ਸਾਡਾ ਬ੍ਰੇਨ ਦਾ ਹਿੱਸਾ ਚੱਲਦਾ। ਸੋ ਇਹ ਸਪਾਈਨਲ ਕਾਰਡ ਦੀ ਜਿਹੜੀ ਉੱਪਰਲੀ ਜਿਹੜੀ ਪਰਤ ਆ ਜਾਂ ਸ਼ੀਟ ਹੈ ਜਾਂ ਕਵਰਿੰਗ ਆ ਉਹ ਥੋੜ੍ਹੀ ਲੈਣੀ ਸ਼ੁਰੂ ਹੋ ਗਈ ਹੈ ਇਸ ਵਿਅਕਤੀ ਦੀ, ਜਿਹਦੇ ਕਰਕੇ ਜਿਹੜੀ ਨਰਵਸ ਦੇ ਵਿੱਚ ਸਿਗਨਲ ਆ ਪੈਰਾਂ ਨੂੰ, ਟੱਟੀ ਦਾ, ਪਿਸ਼ਾਬ ਦਾ ਤੁਰਨਾ, ਉਹ ਵੀਕ ਹੋ ਕੇ ਇੱਕ ਕਿਸਮ ਦਾ ਜਿੱਦਾਂ ਪੋਲੀਓ ਟਾਈਪ ਹੁੰਦਾ ਜਾਂ ਜਿੱਦਾਂ ਆਪਾਂ ਆਰੀਅਨ ਦਿਓਲ ਦਾ ਕੀਤਾ ਸੀ ਸਪਾਈਨਲ ਮਸਕੂਲਰ ਐਟਰੋਫੀ ਟਾਈਪ ਹੈ ਨਾ, ਉਹੋ ਜਿਹੇ ਲੱਛਣ ਕਰਕੇ ਇਹ ਵਿਅਕਤੀ ਹੁਣ ਹਸਪੀਟਲ 'ਚ ਆ। ਇਹਦਾ ਇਲਾਜ ਚੱਲ ਰਿਹਾ। ਕਾਫੀ ਵਿਅਕਤੀ ਜਿਨ੍ਹਾਂ ਨੂੰ ਟ੍ਰਾਂਸਵਰਸ ਮਾਈਲਾਈਟਿਸ ਹੁੰਦਾ ਹੋਰ ਰੋਗਾਂ ਕਰਕੇ, ਹੋਰ ਵਾਇਰਸਿਸ ਕਰਕੇ, ਉਹ ਬਹੁਤਾ ਠੀਕ ਵੀ ਹੋ ਜਾਂਦੇ ਆ। ਡਾਕਟਰ ਸਾਹਿਬ ਇਹਦਾ ਮਤਲਬ ਇਹਨੂੰ ਪਹਿਲਾਂ ਇਹ ਬਿਮਾਰੀ ਨਹੀਂ ਸੀ, ਵੈਕਸੀਨ ਦੇਣ ਤੋਂ ਬਾਅਦ ਹੋ ਗਈ? ਬਿਲਕੁਲ। ਸੋ ਇਸ ਲਈ ਮੈਂ ਹਮੇਸ਼ਾ ਕਹਿੰਦਾ ਵੀ ਅਸੀਂ ਉਹ ਚੀਜ਼ ਇੰਜੈਕਟ ਕਰੀਏ ਵੀ ਜਿਹਦੇ ਨਾਲ ਹਾਰਮ ਨਾ ਹੋਵੇ, ਡੂ ਨੋ ਹਾਰਮ। ਇਹ ਪਹਿਲਾਂ ਹੁੰਦਾ ਗਾਈਡਲਾਈਨਸ ਮੈਡੀਸਿਨ ਦਾ, ਉਹਦੇ ਬਾਅਦ ਹੁੰਦਾ ਵੀ ਫਾਇਦਾ ਹੋਣਾ ਕਿ ਨਹੀਂ ਹੋਣਾ, ਕਿਉਂਕਿ ਲੈਬ 'ਚ ਤੇ ਫਾਇਦੇ ਦੱਸ ਰਹੀ ਆ ਵੀ ਐਂਟੀਬਾਡੀਜ਼ ਬਣ ਰਹੀ ਆ ਫੇਜ਼ 1 'ਚ, ਫੇਜ਼ 2 'ਚ। ਸੋ ਇਹ ਜਿਹੜਾ ਹੈਗਾ ਇਹ ਇੱਕ ਸੀਰੀਅਸ ਮਾਮਲਾ ਹੈ। ਸੋ ਉਹਦੇ ਕਰਕੇ ਜਿਹੜਾ ਇੰਡੀਪੈਂਡੈਂਟ ਰਿਵਿਊ ਬੋਰਡ ਹੈਗਾ ਜਿਹਦੇ ਕੋਲ ਇਹ ਖਬਰ ਗਈ, ਉਹਨਾਂ ਕਿਹਾ ਵੀ ਤੁਹਾਡੇ ਹੁਣ ਸਟੱਡੀ 'ਚ ਅਸੀਂ ਲਾਉਣਾ ਪੌਜ਼, ਤੇ ਬਾਕੀ ਜਿਨ੍ਹਾਂ ਸਾਰਿਆਂ ਨੂੰ ਵੈਕਸੀਨ ਦਿੱਤੀ ਗਈ ਆ ਉਹਨਾਂ ਦੀ ਵੀ ਤਫਤੀਸ਼ ਕਰਨੀ ਪੈਣੀ ਆ ਕਿ ਉਹਨਾਂ ਨੂੰ ਇਹ ਜਾਂ ਹੋਰ ਕੋਈ ਸੀਰੀਅਸ ਪ੍ਰੋਬਲਮ ਆਏਗੀ ਜਾਂ ਨਹੀਂ ਆਏਗੀ। ਕਈ ਵਾਰ ਬਾਡੀ 'ਚ ਨਾ ਬਾਇਓ ਮਾਰਕਰਸ ਹੁੰਦੇ ਆ, ਜਦੋਂ ਆਪਾਂ ਬਲੱਡ ਟੈਸਟ ਕਰਦੇ ਆ ਨਾ ਉਹਦਾ ਇਨਫਲੇਮੇਟਰੀ ਮਾਰਕਰਸ ਹੁੰਦੇ ਆ, ਬਾਇਓ ਮਾਰਕਰਸ ਵੀ ਹੁੰਦੇ ਆ। ਸੋ ਉਹ ਵੀ ਚੈੱਕ ਕਰਨੇ ਪੈਣੇ ਆ ਵੀ ਠੀਕ ਆ ਇਹ ਤਾਂ ਹੁਣ ਹਸਪੀਟਲ ਚਲਾ ਗਿਆ ਵੀ ਉਹਦੀ ਵੀ ਵਾਰੀ ਆਉਣ ਵਾਲੀ ਹੈ ਕਿ ਨਹੀਂ ਆ ਰਹੀ, ਕਿ ਉਹਦੇ ਬਾਇਓ ਮਾਰਕਰਸ ਸਟਰੋਂਗ ਆ ਜਾਂ ਵੀਕ ਆ। ਸੋ ਇਹ ਸਾਰੀ ਤਫਤੀਸ਼ ਹੋਣ 'ਚ ਕੁਝ ਹਫ਼ਤੇ ਕੁਝ ਮਹੀਨੇ ਵੀ ਲੱਗ ਸਕਦੇ ਆ। ਸੋ ਇਸ ਲਈ ਆਕਸਫੋਰਡ ਵਾਲੀ ਜਿਹੜੀ ਵੈਕਸੀਨ ਆ ਉਹ ਤਾਂ ਹੁਣ ਸਮਝੋ ਵੀ ਅਗਲੇ ਸਾਲ ਹੀ ਮਾਰਕੀਟ 'ਚ ਆਊਗੀ, ਇਸ ਸਾਲ ਨਹੀਂ ਆਊਗੀ, ਕਿਉਂਕਿ ਸਾਨੂੰ ਨਹੀਂ ਪਤਾ ਇੰਡੀਪੈਂਡੈਂਟ ਰਿਵਿਊ ਬੋਰਡ ਕਦ ਤੱਕ ਉਹਦੇ ਉੱਤੇ ਪੌਜ਼ ਦਾ ਬਟਨ ਲਗਾਈ ਰੱਖਦਾ। ਦੂਜੇ ਪਾਸੇ ਜਿਹੜੀ ਮੋਡਰਨਾ ਹੈਗੀ ਆ ਜਾਂ ਜਿਹੜੀ ਦੂਜੀਆਂ ਕੰਪਨੀਆਂ ਹੈਗੀਆਂ ਜੌਨਸਨ ਐਂਡ ਜੌਨਸਨਸ ਦੀਆਂ, ਜਾਂ ਜਿਹੜੀਆਂ ਮੈਰੀਲੈਂਡ ਦੇ ਵਿੱਚੋਂ ਕੰਪਨੀਆਂ ਆ ਰਹੀਆਂ ਨੋਵਾਵੈਕਸ ਦੀਆਂ, ਇਸ ਵੇਲੇ ਦੱਸਣਾ ਚਾਹੁੰਦਾ ਵੀ ਕਰੀਬਨ 40 ਕੰਪਨੀਆਂ ਜਿਹੜੀਆਂ ਫੇਜ਼ 1 ਟਰਾਇਲ ਮੁਕੰਮਲ ਕਰ ਚੁੱਕੀਆਂ, 19 ਕੰਪਨੀਆਂ ਜਿਹੜਾ ਫੇਜ਼ 2 ਵੀ ਕਰ ਚੁੱਕੀਆਂ, ਤੇ 9 ਕੰਪਨੀਆਂ ਜਿਹੜਾ ਫੇਜ਼ 3 ਉਹਨਾਂ ਦਾ ਹਾਫਵੇ ਥਰੂ ਚੱਲ ਰਿਹਾ।
ਜਿਹਦੇ ਵਿੱਚ ਕਿ ਕੰਪਨੀ ਇਹ ਵੀ ਸੀ। ਕੰਪਨੀ ਵਿੱਚ ਸੀ। ਸੋ ਕੈਨੇਡਾ ਨੇ ਇਹ ਸੰਧੀ ਕੀਤੀ ਸੀ ਵੀ ਜਿਹੜੀਆਂ 5 ਅਗਾਂਹ ਵਧੂ ਕੰਪਨੀਆਂ ਸੀ ਫੇਸ 3 ਟ੍ਰਾਇਲ ਦੇ, ਸਾਰਿਆਂ ਨੂੰ ਡਾਊਨ ਪੇਮੈਂਟ ਕੀਤੀ ਹੋਈ ਆ, ਇਨਕਲੂਡਿੰਗ ਆਕਸਫੋਰਡ ਦੇ ਵੀ। ਬਹੁਤੀਆਂ 4 ਜਿਹੜੀਆਂ ਹੈਗੀਆਂ ਅਮਰੀਕਾ ਦੀਆਂ, ਇਹ ਹੈਗੀ ਸੀ ਲੰਡਨ ਦੀ, ਆਕਸਫੋਰਡ ਦੀ। ਸੋ ਸਾਰਿਆਂ ਨੂੰ ਡਾਊਨ ਪੇਮੈਂਟ ਕੀਤੀ ਆ ਵੀ ਜਿਹਦੀ ਵੀ ਵਧੀਆ ਹੋਈ ਉਹਨੂੰ ਫਿਰ ਸਟੱਡੀ ਕੀਤਾ ਜਾਊਗਾ, ਉਹਦੀ ਸੇਫਟੀ ਵੇਖੀ ਜਾਊਗੀ, ਫਿਰ ਹੈਲਥ ਕੈਨੇਡਾ ਉਹਨੂੰ ਪ੍ਰਮਾਣਿਤ ਕਰੂਗਾ ਤਾਂ ਫਿਰ ਉਹ ਆਊਗੀ। ਸੋ ਕਹਿਣ ਦਾ ਮਤਲਬ ਇਹ ਆ, ਟਾਈਮਲਾਈਨ ਜਿਹੜਾ ਮੈਂ ਦੇਣਾ ਚਾਹੁੰਦਾ ਇਹ ਆ ਵੀ ਅਗਲੇ ਸਾਲ ਤੱਕ ਆਊਗੀ ਵੈਕਸੀਨ। ਹਾਲਾਂਕਿ ਅਕ੍ਰੋਸ ਬਾਰਡਰ ਟਰੰਪ ਸਾਹਿਬ ਖੱਪ ਪਾਈ ਜਾ ਰਹੇ, ਇਲੈਕਸ਼ਨ ਤੱਕ ਆ ਜਾਣੀ, ਮਹੀਨਾ ਤਾਂ ਰਹਿ ਗਿਆ ਇਲੈਕਸ਼ਨ ਨੂੰ, ਇਹ ਨਹੀਂ ਆ ਸਕਦੀ ਕਿਉਂਕਿ ਫੇਸ 3 ਟ੍ਰਾਇਲ ਤਾਂ ਮੁਕੰਮਲ ਕਿਸੇ ਦੀ ਵੀ ਨਹੀਂ ਹੋਈ। ਨਾਲੇ ਸੇਫਟੀ ਬਹੁਤ ਵੱਡਾ ਇਸ਼ੂ ਹੁੰਦਾ, ਜਿਹੜਾ ਸਭ ਤੋਂ ਇੰਪੋਰਟੈਂਟ ਇਸ਼ੂ ਹੁੰਦਾ ਸੇਫਟੀ, ਕਿਉਂਕਿ ਤੁਸੀਂ ਕੋਈ ਚੀਜ਼ ਇੰਜੈਕਟ ਕਰ ਰਹੇ ਹੋ ਕਿਸੇ ਦੀ ਬੋਡੀ 'ਚ। ਹੁਣ ਇੱਕ ਵਾਰੀ ਇੰਜੈਕਟ ਕਰਤੀ, ਤੁਹਾਡੇ ਹੱਥੋਂ ਗਈ, ਉਹ ਬੋਡੀ ਨੇ ਕਿੱਦਾਂ ਰਿਐਕਟ ਕਰਨਾ, ਕੀ ਉਹਦਾ ਪ੍ਰੋਸੈਸ ਕਰਨਾ। ਹੁਣ ਇਹ ਤਾਂ ਸਾਡੇ ਸਾਹਮਣੇ ਆਇਆ, ਟ੍ਰਾਂਸਫਰ ਸਮਾਈਲਾਈਟਿਸ ਇੱਕ ਬਿਲਕੁਲ ਹੈਲਦੀ ਨਾਰਮਲ ਇਨਸਾਨ ਨੂੰ ਹੋਈ, ਜਿਹਦੇ ਕਰਕੇ ਉਹਨੂੰ ਹਸਪੀਟਲ 'ਚ ਇਲਾਜ ਕਰਨਾ ਪੈ ਰਿਹਾ। ਹੁਣ ਸਾਨੂੰ ਨਹੀਂ ਪਤਾ ਉਹ ਕਿੰਨਾ ਕੁ ਰਿਕਵਰ ਕਰੂਗਾ, ਇਹ ਵੀ ਨਹੀਂ ਪਤਾ। ਕਈ ਵਾਰ ਪਰਮਨੈਂਟ ਪ੍ਰੋਬਲਮ ਵੀ ਹੁੰਦੇ ਆ। 1970s ਦੇ ਦੌਰ 'ਚ ਨਾ ਏਵੀਅਨ ਫਲੂ ਕਰਕੇ ਪ੍ਰੋਬਲਮ ਆਇਆ ਸੀ, ਜਿਹੜਾ ਬਰਡਸ ਤੋਂ ਹੁੰਦਾ, ਤੇ ਅਮਰੀਕਾ ਦੇ ਧੜਾ ਉਹਨਾਂ ਨੇ ਵੈਕਸੀਨ ਬਣਾ ਕੇ ਲਾਉਣੀ ਸ਼ੁਰੂ ਕਰ ਦਿੱਤੀ ਸੀ। ਅੱਜ ਤੱਕ ਉਹਦੇ ਕੋਰਟ ਕੇਸਿਸ ਚੱਲ ਰਹੇ, ਕਈਆਂ ਨੂੰ ਅੱਜ ਤੱਕ ਵੀਕਨੈਸਿਸ ਹੋਈ ਆ, ਜਿਹੜੇ ਸਾਈਡ ਇਫੈਕਟ ਹੋਏ ਆ ਰਿਕਵਰ ਨਹੀਂ ਹੋਏ। ਸੋ ਇਸ ਲਈ ਸੇਫਟੀ ਇਜ਼ ਵੈਰੀ ਵੈਰੀ ਇੰਪੋਰਟੈਂਟ। ਡਾਕਟਰ ਸਾਹਿਬ, ਜੇ ਇਹ ਕੰਪਨੀ ਜਿਹੜੀ ਵੈਕਸੀਨ ਬਣਾ ਰਹੀ ਆ, ਇੱਕ ਠੀਕ ਠਾਕ ਬਿਲਕੁਲ ਸਿਹਤਮੰਦ ਬੰਦੇ ਨੂੰ ਉਹਨਾਂ ਨੇ ਵੈਕਸੀਨ ਦਿੱਤੀ, ਉਹਨੂੰ ਆ ਸਮੱਸਿਆ ਆ ਗਈ, ਜਿਹੜੀਆਂ ਬਾਕੀ 9 ਕੰਪਨੀਆਂ ਜਾਂ 8 ਹੋਰ ਉਸ ਸਟੇਜ ਦੇ ਉੱਤੇ ਪਹੁੰਚੀਆਂ, ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਆਈ? ਕੀ ਇਹ 9 ਦੇ ਵਿੱਚੋਂ ਇੱਕ ਕੰਪਨੀ ਨੇ ਵੀ ਬਣਾ ਲਈ ਤਾਂ ਗੱਲ ਬਣ ਜੂ, ਜਾਂ ਸਾਰਿਆਂ ਦੀ ਵੱਖ-ਵੱਖ ਦੇਸ਼ਾਂ ਨਾਲ ਸਮਝੌਤੇ ਹੁੰਦੇ? ਦੇਖੋ, ਜਿਹੜੇ ਨਾ ਮੋਡਰਨਾ ਦੀ ਆ, ਉਹ ਮੈਸੇਂਜਰ ਆਰਐਨਏ ਕੋਵਿਡ ਦਾ ਯੂਜ਼ ਕਰ ਰਿਹਾ। ਮੈਸੇਂਜਰ ਆਰਐਨਏ ਹੁੰਦਾ ਵੀ ਮੈਸੇਜ ਦੇਣ ਵਾਲਾ, ਜਿੰਨੇ ਕੋਵਿਡ ਨੂੰ ਮੈਸੇਜ ਦੇਣਾ ਵੀ ਤੂੰ ਆਪਣੀ ਕਾਪੀਜ਼ ਬਣਾਈ ਜਾ, ਦੜਾ ਦੜ ਰੈਪਲੀਕੇਟ ਕਰੀ ਜਾ। ਉਹ ਡਿਫਰੈਂਟ ਐਸਪੈਕਟ 'ਚ ਬਣਾ ਰਿਹਾ। ਜਿਹੜੇ ਇਹ ਬਣਾ ਰਹੇ ਸੀ ਐਸਟਰਾਜ਼ੈਨੇਕਾ ਵਾਲੇ, ਆਕਸਫੋਰਡ ਵਾਲੇ, ਇਹ ਐਡੀਨੋ ਵਾਇਰਸ ਦਾ ਪਾਰਟੀਕਲ ਲੈ ਕੇ ਬਣਾ ਰਹੇ ਸੀ ਵੀ ਉਸ ਤੋਂ ਕੋਵਿਡ ਨੂੰ ਐਂਟੀਬੋਡੀਜ਼ ਬਣਾ ਕੇ ਉਹ ਫਾਈਟ ਕੀਤਾ ਜਾਵੇ। ਸੋ ਵੱਖ-ਵੱਖ ਜਿਹੜੇ ਬਾਇਓਟੈਕ ਕੰਪਨੀਆਂ ਵੱਖ-ਵੱਖ ਵਾਇਰਸ ਦਾ ਪੋਰਸ਼ਨ ਲੈ ਕੇ ਬਣਾ ਰਹੀਆਂ। ਸੋ ਇਸ ਲਈ ਅਸੀਂ ਸਿਆਣਪ ਵਰਤੀ ਇੱਥੇ। ਮੈਂ ਜ਼ਰੂਰ ਸੈਲੂਟ ਕਰੂੰਗਾ ਸਾਡੇ ਪ੍ਰਾਈਮ ਮਿਨਿਸਟਰ ਸ਼੍ਰੀਮਾਨ ਰਾਈਟ ਆਨਰੇਬਲ ਜਸਟਿਨ ਟਰੂਡੋ ਸਾਹਿਬ, ਵੀ ਉਹਨਾਂ ਨੇ ਇੱਕ ਅਸੀਂ ਨਹੀਂ ਕਹਿੰਦੇ ਵੀ ਇੱਕ ਬਾਸਕਟ ਦੇ ਵਿੱਚ ਅੰਡੇ ਨਹੀਂ ਪਾਉਣੇ, ਵੱਖ-ਵੱਖ ਰੱਖੋ, ਹੈ ਨਾ। ਸੋ ਇਸ ਲਈ ਅਸੀਂ 5 ਜਿਹੜੇ ਲੀਡ ਹੈਗੇ ਆ ਵੈਕਸੀਨ ਮੇਕਰਸ, ਉਹਨਾਂ ਦੇ ਨਾਲ ਸੰਧੀ ਕੀਤੀ ਆ, ਔਰ ਮੈਨੂੰ ਆਸ ਹੈਗੀ ਵੀ ਸਾਨੂੰ ਵੈਕਸੀਨ ਜ਼ਰੂਰ ਮਿਲੂਗੀ। ਹੋ ਸਕਦਾ ਮੋਡਰਨਾ ਦੀ ਹੋਏ, ਹੋ ਸਕਦੀ ਆ ਵੀ ਜਿਹੜੀ ਮੈਰੀਲੈਂਡ 'ਚ ਜਿਹੜੀ ਕੰਪਨੀ ਹੈਗੀ ਆ ਉਹਨਾਂ ਦੀ ਹੋਵੇ, ਨੋਵਾਵੈਕਸ ਜਾਂ ਜੌਨਸਨ ਐਂਡ ਜੌਨਸਨਸ ਦੀ ਜਾਂ ਫਾਈਜ਼ਰ ਦੀ। ਹੁਣ ਜਿਹੜੀਆਂ ਇਹ ਵੈਕਸੀਨਸ ਹੈਗੀਆਂ, ਜਦ ਤੱਕ ਇਹਦੀ ਸੇਫਟੀ ਪੂਰੀ ਨਿਚੋੜੀ ਨਹੀਂ ਜਾਊਗੀ ਤਦ ਤੱਕ ਇਹ ਮਾਰਕੀਟ 'ਚ ਆ ਨਹੀਂ ਸਕਦੀਆਂ। ਹੁਣ ਜਦੋਂ ਇੱਥੇ ਪੌਜ਼ ਲੱਗਾ ਤੇ ਇੰਡੀਪੈਂਡੈਂਟ ਰਿਵਿਊ ਬੋਰਡ ਨੇ ਦੂਜੀ ਜਿਹੜੀ ਹੈਗੀਆਂ ਚੱਲ ਰਹੀਆਂ, ਉਹ ਸਾਰਿਆਂ ਦੀ ਬਹੁਤ ਕਲੋਜ਼ਲੀ ਮੋਨੀਟਰਿੰਗ ਕਰਨੀ ਜੋ ਆਉਣ ਵਾਲੇ ਹੁਣ ਸਮੇਂ 'ਚ। ਸੋ ਇਹ ਇਸ ਲਈ ਮੈਂ ਕਹਿ ਰਿਹਾ ਸੀ ਵੀ ਵੈਕਸੀਨ ਸਾਡੇ ਕੋਲ ਇੱਕ ਆਸ ਹੈਗੀ ਆ, ਇੱਕ ਹੋਪ ਹੈਗੀ ਆ, ਲੇਕਿਨ ਵੈਕਸੀਨ ਬਣਾਉਣਾ ਵੀ ਇੱਕ ਬਹੁਤ ਇੰਪੋਰਟੈਂਟ ਗੱਲ ਹੁੰਦੀ ਆ। 50 ਸਾਲ ਲੱਗੇ ਸੀ ਡਾਕਟਰ ਜੋਨਸ ਸਾਲਕ ਨੂੰ ਪੋਲੀਓ ਦੀ ਵੈਕਸੀਨ ਬਣਾਉਂਦੇ। ਆਮ ਜਿਹੜੀ ਵੈਕਸੀਨ ਹੈ ਉਹਨੂੰ 6 ਸਾਲ ਲੱਗਦੇ ਆ। ਇਹ ਤਾਂ ਹੁਣ ਆਪਾਂ ਗੱਡੀ ਰੇਡੀ ਹੋਈ ਆ ਬਹੁਤ ਸਪੀਡ, ਕਿਉਂਕਿ ਟੈਕਨੋਲੋਜੀ ਵੀ ਹੈਗੀ ਆ, ਸਾਡੇ ਕੋਲ ਚਾਹ ਵੀ ਹੈਗੀ ਆ, ਪੈਸੇ ਵੀ ਹੈਗੇ ਆ ਵੀ ਅਸੀਂ 6 ਮਹੀਨੇ 'ਚ ਬਣਾਈਏ। ਲੇਕਿਨ ਮੈਂ ਅਜੇ ਵੀ ਕਹਿੰਦਾ ਵੀ ਸੰਯਮ ਦੇ ਨਾਲ ਚੱਲੀਏ। ਉਸ ਤੋਂ ਪਹਿਲਾਂ ਆਪਾਂ ਜਿਹੜਾ ਪਰਹੇਜ਼ ਕਰਦੇ ਹਾਂ ਉਹ ਕਰੀ ਜਾਈਏ ਤਾਂ ਕਿ ਕੋਵਿਡ ਨਾ ਹੋਵੇ। ਡਾਕਟਰ ਸਾਹਿਬ, ਅਮਰੀਕਾ ਦੀ ਕੰਪਨੀਆਂ ਬਣਾ ਰਹੀਆਂ, ਇੰਗਲੈਂਡ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਖੋਜ ਹੋ ਰਹੀ ਆ, ਕੈਨੇਡਾ ਦੇ ਵਿੱਚ ਆਪਣੇ ਸਾਇੰਟਿਸਟ ਇਸ ਕਾਬਲ ਨਹੀਂ ਆ ਵੀ ਇਹ ਬਣਾ ਲੈਣ ਜਾਂ ਇਹ ਖੋਜ ਕਰਨ ਜਾਂ ਇਹ ਵੀ ਕੁਝ ਕਰਨ ਲੱਗੇ ਹੋਣ? ਦੇਖੋ, ਸਾਡੇ ਜਿਹੜੇ ਸਾਇੰਟਿਸਟ ਆ ਅਵਲ ਦਰਜੇ ਦੇ ਆ, ਔਰ ਹੈਲੀਫੈਕਸ ਤੋਂ ਜਿਹੜਾ ਸਾਡਾ ਵੈਕਸੀਨ ਰਿਸਰਚ ਸੈਂਟਰ ਹੈਗਾ ਜਿੱਥੇ ਸਾਰੀ ਰਿਸਰਚ ਹੁੰਦੀ ਆ, ਅਸੀਂ ਹੀ ਇੰਟੈਲੈਕਚੁਅਲ ਪ੍ਰੋਪਰਟੀਜ਼ ਤੇ ਸੈੱਲ ਲਾਈਨ ਦਿੱਤੇ ਸੀ ਚਾਈਨਾ ਨੂੰ, ਜਿਹੜਾ ਕੈਨਸਾਈਨੋ ਬਾਇਓਲੋਜਿਕ, ਜਿਹਦੇ ਨਾਲ ਸਾਡੀ ਪੁਰਾਣੀ ਸੰਧੀ ਸੀ, ਟੁੱਟ ਗਈ ਸੀ। ਹਾਂ, ਜਿਹੜੀ ਅਸੀਂ ਤੁਹਾਨੂੰ ਇੰਟੈਲੈਕਚੁਅਲ ਪ੍ਰੋਪਰਟੀ ਦਿੰਨੇ ਆ ਹੈਗੀ ਆ ਵੀ ਜਿਹੜੀ ਖੋਜ ਹੋ ਚੁੱਕੀ ਆ, ਬਸ ਤੁਸੀਂ ਇਹਦੇ ਉੱਤੇ ਹੁਣ ਵੈਕਸੀਨ ਬਣਾਉਣੀ ਆ ਤੇ ਉਹ ਕੰਮ ਕਰਨਾ। ਸੋ ਸਾਰਾ ਮਟੀਰੀਅਲ ਕੈਨੇਡਾ ਤੋਂ ਗਿਆ। ਉਹਦੇ ਬਾਅਦ ਉਹਨਾਂ ਨੇ ਵੈਕਸੀਨ ਬਣਾ ਲਿੱਤੀ। ਫੇਸ 3 ਟ੍ਰਾਇਲ ਉਹਨਾਂ ਦੀ ਅਜੇ ਚੱਲ ਰਹੀ ਆ, ਲੇਕਿਨ ਉਹਨਾਂ ਨੇ ਆਪਣੀ ਆਰਮੀ ਨੂੰ ਦੇਣੀ ਸ਼ੁਰੂ ਕਰ ਦਿੱਤੀ ਆ ਵੀ ਅਸੀਂ ਸੈਟਿਸਫਾਈਡ ਆ। ਰਸ਼ੀਆ ਦਾ ਵੀ ਸੇਮ ਹਾਲ ਹੋਇਆ, ਉਹਨਾਂ ਨੇ ਵੀ ਵੈਕਸੀਨ ਬਣਾਈ, ਉਹ ਵੀ ਆਪਣੇ ਬਾਸ਼ਿੰਦਿਆਂ ਨੂੰ ਦੇ ਰਹੇ ਆ ਬਿਨਾਂ ਫੇਸ 3 ਟ੍ਰਾਇਲ ਕੀਤੇ ਹੋਏ। ਸੋ ਇਹ ਜਿਹੜੀਆਂ ਹੈਗੀਆਂ ਇਹ ਰੋਂਗ ਪ੍ਰੈਸੀਡੈਂਸ ਹੈਗਾ ਵੀ ਜਦ ਤੱਕ ਪੂਰੀ ਟ੍ਰਾਇਲਸ ਨਹੀਂ ਹੁੰਦੀ, ਕਿਉਂਕਿ ਇੱਕ ਵੀ ਵਿਅਕਤੀ ਹੈਗਾ ਅਗਰ ਉਹਨੂੰ ਕੋਈ ਸਾਈਡ ਇਫੈਕਟ ਹੋ ਗਿਆ ਤੇ ਚੰਗੀ ਗੱਲ ਨਹੀਂ ਹੈਗੀ। ਸੋ ਇਸ ਲਈ ਵੈਕਸੀਨ ਦੀ ਸੇਫਟੀ ਬਹੁਤ ਇੰਪੋਰਟੈਂਟ ਹੈਗੀ ਆ, ਔਰ ਜਿਹੜੀ ਸੇਫਟੀ ਜਿਹੜੀ ਅਗਰ ਨਹੀਂ ਫੋਲੋ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਲਾਅ ਸੂਟਸ ਹੋਣਗੇ,
ਲੋਕਾਂ ਦੀ ਜਾਨ ਵੀ ਜਾ ਸਕਦੀ ਆ, ਉਹਨਾਂ ਨੂੰ ਪਰਮਨੈਂਟ ਡੈਮੇजेस ਹੋ ਸਕਦੇ ਆ। ਸੋ ਇਸ ਲਈ ਅਸੀਂ ਕੋਈ ਵੀ ਚੀਜ਼ ਬੋਡੀ 'ਚ ਇੰਜੈਕਟ ਕਰੀ ਉਸ ਤੋਂ ਪਹਿਲਾਂ ਉਹਦੀ ਸੇਫਟੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ। ਡਾਕਟਰ ਸਾਹਿਬ ਇੱਕ ਹੋਰ ਸਵਾਲ ਆ, ਬਹੁਤ ਸਾਰੇ ਲੋਕ ਇਹ ਗੱਲ ਕਰਦੇ ਆ ਵੀ ਸਟੇਟਮੈਂਟਸ ਡਾਕਟਰਸ ਦੀਆਂ ਸਾਇੰਟਿਸਟ ਦੀਆਂ ਬਦਲ ਗਈਆਂ ਸਮੇਂ ਦੇ ਨਾਲ ਨਾਲ। ਤੁਹਾਨੂੰ ਯਾਦ ਹੋਊਗਾ ਆਪਾਂ ਮਾਰਚ ਦੇ ਵੀ ਨੇੜੇ ਤੇੜੇ ਜਦੋਂ ਇੰਟਰਵਿਊ ਸ਼ੁਰੂ ਕੀਤੀਆਂ ਸੀ ਪਹਿਲੀ ਵਾਰ ਜਦ ਜੀ, ਅਸੀਂ ਜੀ। ਇਸ ਵਾਇਰਸ ਦਾ ਨਾਂ ਸੁਣਿਆ, ਉਸ ਵੇਲੇ ਤੁਹਾਡੇ ਵੀ ਇਹੀ ਵਿਚਾਰ ਸੀਗੇ, ਲੋਕ ਵੀ ਇਹ ਕਹਿ ਰਹੇ ਆ ਕਿ ਇਹ ਇੱਕ ਆਮ ਫਲੂ ਆ, ਜੀ ਇਹ ਫਲੂ ਨੇ ਸਮੇਂ ਦੇ ਨਾਲ ਚਲੇ ਜਾਣਾ, ਜਾਂ ਵਿਚਾਰ ਰੱਖੋ ਇਹਦੇ ਨਾਲ ਮੌਤ ਬਹੁਤ ਘੱਟ ਹੁੰਦੀ ਆ, ਕੋਈ ਐਡੀ ਡਰਨ ਵਾਲੀ ਗੱਲ ਨਹੀਂ ਆ। ਪਰ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਇਹ ਗੱਲ ਬਦਲ ਗਈ, ਇਹ ਆਮ ਫਲੂ ਨਾਲੋਂ ਇੱਕ ਬਹੁਤ ਵੱਡਾ ਮਤਲਬ ਦੁਨੀਆ ਰੋਕ ਕੇ ਰੱਖ ਦਿੱਤੀ ਇਹਨੇ। ਹੁਣ ਕੀ ਲੱਗਦਾ ਜੀ ਵੀ ਇਹ ਮਤਲਬ ਅਸੀਂ ਕਿੱਥੇ ਖੜੇ ਆ ਇਸ ਵੇਲੇ? ਇਹ ਉਸ ਵੇਲੇ ਜਿਹੜੀਆਂ ਸਾਡੀਆਂ ਸਟੇਟਮੈਂਟ ਸੀਗੀਆਂ, ਜਾਂ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਅਮਰੀਕਾ ਦੇ ਵਿੱਚ ਅਜੇ ਵੀ ਬਹੁਤ ਤਰ੍ਹਾਂ ਵੱਡਾ ਜਿਹੜਾ ਕਹੀ ਜਾਂਦਾ ਵੀ ਇਹ ਇੱਕ ਨਾਰਮਲ ਫਲੂ ਆ, ਦੁਨੀਆ ਦੇ ਵਿੱਚ ਇਹਦੇ ਪੈਰਲਲ ਇੱਕ ਗੱਲਬਾਤ ਵੀ ਇਹੀ ਚੱਲ ਰਹੀ ਹੈ ਕਿ ਨਾਰਮਲ ਫਲੂ ਆ, ਕਿਸੇ ਨੂੰ ਕੁਝ ਨਹੀਂ ਹੁੰਦਾ, ਠੀਕ ਹੋ ਜਾਂਦੇ ਆ। ਇਹ ਧਾਰਨਾ ਨੂੰ ਹੁਣ ਥੋੜ੍ਹਾ ਜਿਹਾ ਸਪਸ਼ਟ ਕਰੋਗੇ? ਦੇਖੋ ਗੱਲ ਹੈਗੀ ਹੈ ਵੀ ਇਹ ਹੈਗਾ ਰੈਸਪੀਰੇਟਰੀ ਵਾਇਰਸ ਜਿਹੜਾ ਸਾਡੇ ਨੱਕ, ਮੂੰਹ ਜਾਂ ਅੱਖਾਂ ਦੇ ਰਾਹੀਂ ਸਾਡੀ ਬੋਡੀ 'ਚ ਹੈ ਨਾ, ਔਰ ਪ੍ਰਾਇਮਰਲੀ ਇਹ ਲੰਗਸ ਦੇ ਵਿੱਚ ਹੀ ਜਾ ਕੇ ਅਟੈਕ ਕਰਦਾ। ਜਿਹੜੀ ਸਾਹ ਵਾਲੇ ਏਰੀਆ ਐਲਵੂਲਾ ਆ ਉਹ 'ਚ ਸੋਜ ਕਰਦਾ, ਪਾਣੀ ਕਰਦਾ, ਤੁਹਾਨੂੰ ਬਰੀਦਿੰਗ 'ਚ ਪ੍ਰੋਬਲਮ ਆਉਂਦੀ ਆ, ਕਈਆਂ ਨੂੰ ਹਸਪਤਾਲ ਜਾਣਾ ਪੈਂਦਾ, ਕਈਆਂ ਨੂੰ ICU ਵੈਂਟੀਲੇਟਰ 'ਤੇ ਜਾਣਾ ਪੈਂਦਾ। ਲੇਕਿਨ ਇਹ ਵਾਇਰਸ ਹਾਰਟ ਦੇ ਉੱਤੇ ਵੀ ਇਫੈਕਟ ਕਰ ਰਿਹਾ, ਇਹ ਵਾਇਰਸ ਸਾਡੇ ਕਲੌਟਿੰਗ ਦੇ ਉੱਤੇ ਇਫੈਕਟ ਕਰਦਾ ਪਿਆ। ਇਹ ਵਾਇਰਸ ਦੇਖੋ ਹੁਣ ਬੱਚੇ ਜਿਹੜੇ BC 'ਚ 8 ਕੇਸ ਸਾਡੇ ਸਾਹਮਣੇ ਆਏ ਸੀ, ਮਲਟੀ ਸਿਸਟਮਿਕ ਇਨਫਲੇਮੇਟਰੀ, ਪੂਰੀ ਬੋਡੀ 'ਚ ਇਨਫਲੇਮੇਸ਼ਨ ਕਰਦਾ। ਉਹਦੇ 'ਚ 2 ICU 'ਚ ਵੀ ਸੀ ਜਿਨ੍ਹਾਂ ਨੂੰ ਬਹੁਤ ਸਟਰੋਂਗ ਦਵਾਈਆਂ ਦੇ ਕੇ ਬਚਾਇਆ ਗਿਆ। ਸੋ ਇਹ ਸਾਰਾ ਜਿਹੜੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਲਾਈਟਲੀ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਜਿਹੜਾ COVID-19 ਹੈ ਉਹਦੇ ਨਾਲ ਸਾਡਾ ਵਾਹ ਪਿਛਲੇ 7-8 ਮਹੀਨੇ ਤੋਂ ਪਿਆ। ਕੈਨੇਡਾ ਦਾ ਪਿਛਲੇ 6 ਮਹੀਨੇ ਤੋਂ ਕਹੀਏ, ਕਿਉਂਕਿ ਇਹ ਚਾਈਨਾ ਤੋਂ ਸ਼ੁਰੂ ਹੋਇਆ ਐਂਡ ਆਫ ਦਸੰਬਰ, ਤੇ ਕੈਨੇਡਾ 'ਚ ਮਾਰਚ ਵਿੱਚ ਜਾ ਕੇ ਅਪੜਿਆ। ਸੋ ਅਗਰ ਆਪਾਂ ਸੰਸਾਰ ਭਰ 'ਚ ਕਹੀਏ ਤੇ 28 ਮਿਲੀਅਨ ਦੇ ਸਾਹਮਣੇ ਮਾਮਲੇ ਹੋ ਗਏ। ਮੈਨੂੰ ਲੱਗਦਾ ਜਦ ਤੱਕ ਇਹ ਵਾਇਰਸ ਫਿਨਿਸ਼ ਨਹੀਂ ਹੁੰਦਾ 50 ਮਿਲੀਅਨ ਤੇ ਕੇਸਿਸ ਈਜ਼ਲੀ ਹੋਣਗੇ। ਅਮਰੀਕਾ 6.5 ਮਿਲੀਅਨ 'ਚ ਆ, ਸੈਕਿੰਡ 'ਚ 4.5 ਮਿਲੀਅਨ ਇੰਡੀਆ। ਲੇਕਿਨ ਜਦ ਤੱਕ ਇਹ ਕੋਵਿਡ ਫਿਨਿਸ਼ ਨਹੀਂ ਹੁੰਦਾ ਇੰਡੀਆ ਨੰਬਰ 1 'ਚ ਜਾਊਗਾ, ਕਿਉਂਕਿ ਉੱਥੇ ਆਬਾਦੀ 1.3 ਬਿਲੀਅਨ ਦੀ ਹੈਗੀ ਆ। ਅਗਰ 4 ਅਮਰੀਕਾ ਇਕੱਠੇ ਕਰੀਏ 1 ਇੰਡੀਆ ਬਣਦਾ, ਅਗਰ 40 ਕੈਨੇਡਾ ਇਕੱਠੇ ਕਰੀਏ ਤਾਂ 1 ਇੰਡੀਆ ਦੀ ਪੋਪੂਲੇਸ਼ਨ ਬਣਦੀ ਹੈ। ਸੋ ਇਸ ਲਈ ਪੋਪੂਲੇਸ਼ਨ ਦੇ ਆਧਾਰ ਦੇ ਉੱਤੇ ਹੁੰਦਾ। ਨਾਲੇ ਇੱਥੇ ਦੇਖੋ ਪਹਿਲੋਂ ਸਰਬ ਹੁੰਦਾ ਸੀ $2,000 ਦਾ, ਫਿਰ ਉਹਨੂੰ ਅਨਐਮਪਲੋਇਮੈਂਟ ਇੰਸ਼ੋਰੈਂਸ ਤੇ ਹੋਰ ਗ੍ਰਾਂਟਸ ਵਗੈਰਾ ਹੈਗੀਆਂ ਵੀ ਲੋਕੀ ਜਿਹੜੇ ਹੈਗੇ ਆ ਭੁੱਖੋਂ ਜਾਂ ਕਿਰਾਏ ਤੋਂ ਜਾਂ ਹੋਰ ਚੀਜ਼ਾਂ ਤੋਂ ਤੰਗ ਨਾ ਹੋ ਸਕਣ। ਲੇਕਿਨ ਕਈ ਦੇਸ਼ 'ਚ ਕੋਈ ਸੁਵਿਧਾ ਨਹੀਂ ਹੈਗੀ। ਹੁਣ ਉਹ ਜਿਹੜਾ ਵਿਅਕਤੀ ਆ ਉਹ ਦਿਹਾੜੀ ਲਾ ਕੇ ਆਵੇ, ਉਹ ਆਪਣੇ ਟੱਬਰ ਨੂੰ ਪਾਲੇ ਕਿ ਘਰ ਬੈਠਾ ਰਹੇ ਲੋਕਡਾਊਨ 'ਚ। ਸੋ ਕਈ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਟਰਬਲਸਮ ਹੈ। 95,000 ਮਾਮਲੇ ਹਿੰਦੁਸਤਾਨ 'ਚ ਕੱਲ੍ਹ ਪੋਜ਼ੀਟਿਵ ਆਏ ਆ। ਜੀ। BC ਦੇ ਵਿੱਚ ਅਸੀਂ ਕਰੀਬਨ 8 ਤੋਂ 10,000 ਚੈੱਕਸ ਕਰ ਰਹੇ ਹਾਂ ਐਵਰੀ ਡੇ। ਹੁਣ BC ਦੇ ਵਿੱਚ ਅੱਜ 100 ਮਾਮਲੇ ਆਏ ਆ, ਲੌਂਗ ਵੀਕਐਂਡ 'ਚ 429 ਸੀ। ਲੇਕਿਨ ਸਾਡਾ ਏਮ ਹੈਗਾ ਵੀ ਅਸੀਂ 20,000 ਤੱਕ ਜਾਈਏ ਰੋਜ਼ ਚੈੱਕਅਪ। ਹੁਣ ਆਉਣ ਵਾਲੇ ਸਮੇਂ 'ਚ ਅਮਰੀਕਾ 'ਚ ਜਿਹੜੇ ਥੁੱਕ ਦਾ ਟੈਸਟ ਹੈਗਾ ਉਹ ਤਾਂ ਮਾਨਤਾ ਮਿਲ ਗਈ ਹੈ ਉੱਥੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ, ਅਤੇ ਕੈਨੇਡਾ 'ਚ ਅਜੇ ਥੁੱਕ ਵਾਲਾ ਟੈਸਟ ਹੈਲਥ ਕੈਨੇਡਾ ਰਿਵਿਊ ਕਰ ਰਹੀ ਆ, ਜਿਹੜਾ ਓਨਾ ਹੀ ਸੈਂਸਿਟਿਵ ਹੈ ਜਿੰਨਾ ਨੱਕ ਦੇ ਵਿੱਚ ਤੂੰਬਾ ਪਾ ਕੇ ਲੈਣਾ, ਜਿਹੜਾ PCR ਟੈਸਟ ਆ। ਲੇਕਿਨ ਬਹੁਤ ਈਜ਼ੀ ਆ ਕਲੈਕਟ ਕਰਨਾ, ਬੱਚਿਆਂ ਦੇ ਵਿੱਚ ਵੀ, ਬਜ਼ੁਰਗਾਂ ਦੇ ਵਿੱਚ ਵੀ, ਸਾਰਿਆਂ ਦੇ ਵਿੱਚ। ਅਤੇ ਨਾਲੇ ਕੁਛ ਘੰਟਿਆਂ ਦੇ ਵਿੱਚ ਇਹਦੇ ਜਿਹੜੀ ਹੈਗੀ ਆ ਰਿਪੋਰਟ ਮਿਲ ਜਾਂਦੀ ਆ। ਸੋ ਇਹ ਸਾਰੇ ਜਿਹੜੀ ਟੈਸਟਿੰਗ ਹੈ, ਇਨੋਵੇਸ਼ਨ ਹੌਲੀ ਹੌਲੀ ਇੰਪਰੂਵ ਹੋਣਗੇ। ਕੋਵਿਡ ਖਤਮ ਤਾਂ ਹੋਊਗਾ 2 ਤਰੀਕੇ ਦੇ ਨਾਲ, ਜਾਂ ਫਿਰ ਕਾਫੀ ਲੋਕਾਂ ਨੂੰ ਹੋ ਚੁੱਕਿਆ ਹੋਏਗਾ ਜਿਹਨੂੰ ਕਹਿੰਦੇ ਆ ਹਰਡ ਇਮਿਊਨਿਟੀ, 70 ਤੋਂ 80% ਲੋਕਾਂ ਨੂੰ, ਹੈ ਨਾ। ਜਿਹੜੀ ਸਪੈਨਿਸ਼ ਫਲੂ ਦੀ ਮਹਾਮਾਰੀ ਸੀ ਉਹਦੀ ਕੋਈ ਵੈਕਸੀਨ ਨਹੀਂ ਸੀ, ਉਹ ਤਾਂ ਫਿਰ ਹਰਡ ਇਮਿਊਨਿਟੀ ਹੋ ਕੇ ਹੀ ਹੌਲੀ ਹੌਲੀ ਡਾਈ ਡਾਊਨ ਹੋਈ 2-2.5 ਸਾਲ 'ਚ। ਜਾਂ ਫਿਰ ਇਹਦੇ ਨਾਲ ਅਸਿਸਟਡ ਵੈਕਸੀਨੇਸ਼ਨ ਹੋਊਗੀ ਜਿਹੜੀ ਇਮਿਊਨਿਟੀ ਦੇਊਗੀ। ਸੋ ਨੈਚੁਰਲ ਕਿਸੇ ਨੂੰ ਕੋਵਿਡ ਹੋ ਗਿਆ ਜਾਂ ਉਹਨੂੰ ਵੈਕਸੀਨ ਦੇ ਨਾਲ ਉਹਦੀ ਪ੍ਰੋਟੈਕਸ਼ਨ ਹੋ ਗਈ। ਹੁਣ BC ਦੀ ਸਰਕਾਰ, ਰਾਈਟ ਆਨਰੇਬਲ ਸਾਡੇ ਪ੍ਰੀਮੀਅਰ ਜੌਨ ਹੌਰਗਨ ਸਾਹਿਬ, ਅੱਜ ਉਹਨਾਂ ਨੇ ਐਲਾਨ ਕੀਤਾ ਵੀ $1.6 ਬਿਲੀਅਨ ਉਹਨਾਂ ਨੇ ਫੰਡਿੰਗ ਦਿੱਤੀ ਆ 7,000 ਹੈਲਥ ਕੇਅਰ ਵਰਕਰ ਹਾਇਰ ਕਰਨ ਨੂੰ, ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ, ਤਾਂ ਕਿ ਹਸਪੀਟਲ ਦੇ ਵਿੱਚ ਲੋੜ ਨਾ ਪਵੇ, ਕਮਿਊਨਿਟੀ ਦੇ ਵਿੱਚ ਸੇਵਾ ਹੋ ਸਕੇ। ਜਿਹੜਾ ਵਿਅਕਤੀ ਘਰ ਦੇ ਵਿੱਚ ਉਹਦਾ ਇਲਾਜ ਹੋ ਸਕਦਾ ਜਿੰਨਾ ਟਾਈਮ ਤੱਕ ਘਰ ਦੇ ਵਿੱਚ ਕੀਤਾ ਜਾਏ, ਹਸਪੀਟਲ ਉਹੀ ਆਪਣੇ ਜਿਹੜਾ ਜ਼ਿਆਦਾ ਸਿੱਖ ਹੈਗਾ। ਹੁਣ ਜਿਹੜਾ ਨਾ ਨਿਊਜ਼ੀਲੈਂਡ ਔਰ ਆਸਟ੍ਰੇਲੀਆ, ਉੱਥੇ ਵਿੰਟਰ ਖਤਮ ਹੋ ਗਿਆ, ਉਹ ਸਪਰਿੰਗ 'ਚ ਆ ਰਹੇ, ਕਿਉਂਕਿ ਸਾਡੇ ਤੋਂ ਵਿਪਰੀਤ ਉਹਨਾਂ ਦੇ ਮੌਸਮ ਚੱਲਦੇ ਆ। ਉਹ ਸਾਊਥ ਹੈਮਿਸਫੀਅਰ 'ਚ, ਅਸੀਂ ਨਾਰਥ ਹੈਮਿਸਫੀਅਰ 'ਚ ਆ।
ਉੱਥੇ ਤੁਸੀਂ ਦੇਖੋ ਜਸਕਰਨ ਜੀ ਵੀ 90% ਜਿਹੜਾ ਰੈਗੂਲਰ ਫਲੂ ਘੱਟ ਹੋਇਆ, ਲੇਕਿਨ ਉਹਨਾਂ ਨੇ ਮਾਸ ਫਲੂ ਵੈਕਸੀਨੇਸ਼ਨ ਜਿਹੜੀ ਹੈ ਬਹੁਤ ਸ਼ੁਰੂ ਕੀਤੀ ਵੀ ਸਾਰਿਆਂ ਨੂੰ ਫਲੂ ਸ਼ਾਟ ਹਿਦਾਇਤ ਦਿੱਤੀ, ਲਾਓ ਲਾਓ ਲਾਓ, ਔਰ ਲੋਕਾਂ ਨੇ ਲਵਾਏ ਵੀ, ਔਰ ਲੋਕੀ ਇੱਕ ਦੂਜੇ ਤੋਂ ਫਿਜ਼ੀਕਲ ਡਿਸਟੈਂਸ ਰੱਖਿਆ, ਮਾਸਕ ਪਾਇਆ, ਹੱਥ ਧੋਏ। ਸੋ ਉਹਦੇ ਨਾਲ ਫਲੂ 90% ਘਟਿਆ, ਫਲੂ ਤੋਂ ਡੈਥ ਵੀ ਜਿਹੜੀਆਂ 90% ਘਟੀਆਂ। ਹੁਣ ਕੈਨੇਡਾ ਦੇ ਵਿੱਚ ਹਰ ਸਾਲ 13 ਤੋਂ 15,000 ਬਜ਼ੁਰਗ ਆ ਦਾਖਲ ਹੁੰਦੇ ਆ ਫਲੂ ਕਰਕੇ ਹਸਪੀਟਲ 'ਚ। ਉਹਦੇ ਵਿੱਚੋਂ 3500 ਬਜ਼ੁਰਗ ਜਿਹੜੇ ਹੈਗੇ ਆ ਉਹ ਆਪਣੀ ਜਾਨ ਗਵਾ ਬੈਠਦੇ, ਨਿਮੋਨੀਆ ਕਰਕੇ, ਰੈਸਪੀਰੇਟਰੀ ਫੇਲੀਅਰ ਕਰਕੇ, ਰੈਗੂਲਰ ਫਲੂ ਕਰਕੇ। ਇਸ ਲਈ BC ਦੇ ਵਿੱਚ 1.4 ਮਿਲੀਅਨ ਡੋਸਿਸ ਹਰ ਸਾਲ ਲੱਗਦੀਆਂ, ਸਾਰੇ ਨਹੀਂ ਲਾਉਂਦੇ। ਔਰ ਕਈ ਵਾਰ ਲੋਕੀ ਡਰਦੇ ਵੀ ਆ, ਕਈ ਵਾਰ ਅਣਗਹਿਲੀ ਕਰ ਲੈਂਦੇ ਆ, ਲੇਕਿਨ ਜਿਹੜੇ ਅਸੀਂ ਹੈਲਥ ਕੇਅਰ 'ਚ ਅਸੀਂ ਹਰ ਸਾਲ ਲਾਉਂਦੇ ਆ। ਨਰਸਿਸ ਆ, ਡਾਕਟਰ, ਰੈਸਪੀਰੇਟਰੀ ਥੈਰੇਪਿਸਟ, ਜਿਹੜੇ ਟੀਚਰਸ ਹੈਗੇ ਆ, ਜਾਂ ਹੋਰ ਜਿਨ੍ਹਾਂ ਨੇ ਫਾਰਮਾਸਿਸਟ ਜਿਨ੍ਹਾਂ ਨੇ ਵਾਹ ਪੈਂਦਾ ਰਹਿੰਦਾ ਹੈ ਨਾ। ਇਸ ਵਾਰੀ 2 ਮਿਲੀਅਨ ਡੋਸਿਸ BC ਜਿਹੜੀ ਹੈਗੀ ਆ ਉਹ ਚਾਹੁੰਦੀ ਆ। ਸੋ ਕਰੀਬਨ ਕਹਿ ਲਓ ਵੀ 7-8 ਲੱਖ ਡੋਸਿਸ ਜ਼ਿਆਦਾ ਆਰਡਰ ਕੀਤੇ ਆ, ਔਰ 45,000 ਡੋਜ਼ਿਸ ਉਹਨਾਂ ਨੇ ਉਹ ਆਰਡਰ ਕੀਤੇ ਜਿਹਨੂੰ ਕਹਿੰਦੇ ਆ ਫਲੂ ਜ਼ੋਨ। ਇਹ ਜ਼ਿਆਦਾ ਪੋਟੈਂਟ ਵੈਕਸੀਨ ਹੈਗੀ ਆ ਫਲੂ ਵਾਸਤੇ, ਔਰ ਇਹ ਰੈਸੀਡੈਂਸ਼ੀਅਲ ਕੇਅਰ ਹੋਮ ਬਜ਼ੁਰਗਾਂ ਨੂੰ ਦਿੱਤੀ ਜਾਏਗੀ ਵੀ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਦੀ ਜ਼ਿਆਦਾ ਲੋੜ ਹੈਗੀ ਆ। ਸੋ ਅਸੀਂ ਇੱਕਦਮ ਪ੍ਰੀਪੇਅਰ ਕਰ ਰਹੇ ਹਾਂ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਸਿਆਲਾਂ 'ਚ ਰੈਗੂਲਰ ਫਲੂ ਵੀ ਰਹੂਗਾ ਅਤੇ ਕੋਵਿਡ ਵੀ ਰਹੂਗਾ, ਔਰ ਦੋਵਾਂ ਨੂੰ ਜਿਹੜੀਆਂ ਹੈਗੀਆਂ ਫਲੂ ਦੇ ਪ੍ਰਤੀ ਸਾਡੇ ਕੋਲ ਇੰਜੈਕਸ਼ਨ ਤਾਂ ਹੈਗਾ, ਕਿਉਂ ਨਹੀਂ ਅਸੀਂ ਆਪਾਂ ਯੂਜ਼ ਕਰੀਏ ਤਾਂ ਕਿ ਫਲੂ ਨਾ ਹੋਵੇ। ਕੋਵਿਡ ਦੇ ਪ੍ਰਤੀ ਇੰਜੈਕਸ਼ਨ ਨਹੀਂ ਹੈਗਾ, ਲੇਕਿਨ ਇਨਫਲੂਐਂਜ਼ਾ ਤੋਂ ਤਾਂ ਬਚ ਜਾਈਏ, ਉਦੋਂ ਤੋਂ ਡੈਥ ਘਟਾਈਏ, ਉਹ ਤੋਂ ਐਡਮਿਸ਼ਨਸ ਘਟਾਈਏ। ਸੋ ਇਹ ਸਾਰਾ ਨੇਕ ਗੱਲ ਹੈਗੀ ਔਰ ਰਾਈਟ ਦਿਸ਼ਾ 'ਚ ਜਾ ਰਹੇ ਹਾਂ। ਔਰ ਡਾਕਟਰ ਬੌਨੀ ਹੈਨਰੀ, ਸਿਹਤ ਮੰਤਰੀ ਏਡਰੀਅਨ ਡਿਕ ਸਾਹਿਬ ਅਤੇ ਪ੍ਰੀਮੀਅਰ ਸਾਹਿਬ ਨੇ ਅੱਜ ਐਲਾਨ ਇਹ ਕੀਤਾ ਹੈ। ਡਾਕਟਰ ਸਾਹਿਬ, ਜਦੋਂ ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਸਾਇੰਟਿਸਟਾਂ ਦੀ, ਡਾਕਟਰਸ ਦੀ, ਹੁਣ ਇਸ ਵਾਇਰਸ ਪ੍ਰਤੀ ਕੋਈ ਧਾਰਨਾ ਬਦਲੀ ਆ? ਜਾਂ ਜਦੋਂ ਕਿ ਆਇਆ ਸੀ ਵਾਇਰਸ, ਰੌਲਾ ਪਿਆ ਸੀ, ਕੋਰੋਨਾ ਵਾਇਰਸ ਆ ਗਿਆ, ਇੱਕ ਕਿ ਸਿਆਟਲ 'ਚ ਆ ਗਿਆ ਜੀ, ਹੁਣ ਪਹਿਲਾਂ ਕੈਨੇਡਾ 'ਚ ਵੀ ਆ ਗਿਆ, ਉਸ ਦਿਨ ਤੋਂ ਲੈ ਕੇ ਹੁਣ ਤੱਕ ਇਸ ਵਾਇਰਸ ਬਾਰੇ ਜਿਹੜੀਆਂ ਗੱਲਾਂ ਸਾਇੰਟਿਸਟ ਸੋਚਦੇ ਸੀ ਵੀ ਇਹ ਆਰਟੀਫਿਸ਼ਲ ਆ, ਜਾਂ ਇਹ ਮੈਨ ਮੇਡ ਆ, ਜਾਂ ਇਹ ਨੈਚੁਰਲ ਆ, ਜਾਂ ਇਹ ਆਮ ਫਲੂ ਨਾਲੋਂ ਬਹੁਤ ਜ਼ਿਆਦਾ ਖਤਰਨਾਕ ਆ, ਇਹਦਾ ਡੈਥ ਰੇਟ ਕਿੰਨਾ ਹੋਊਗਾ, ਉਹਦੇ ਵਿੱਚ ਕੋਈ ਵੱਡੀ ਤਬਦੀਲੀ ਆਈ, ਜਾਂ ਲਗਭਗ ਜੋ ਉਹਨਾਂ ਦਾ ਅੰਦਾਜ਼ਾ ਸੀ ਸਾਰਾ ਕੁਝ ਉਹਦੇ ਅਨੁਸਾਰ ਹੀ ਚੱਲ ਰਿਹਾ? ਦੇਖੋ, ਇੱਕ ਕਾਮਨ ਧਾਰਨਾ ਹੋ ਗਈ ਆ ਵੀ ਇਹ ਲੈਬ ਦੇ ਵਿੱਚ ਕ੍ਰੀਏਟ ਨਹੀਂ ਕੀਤਾ ਗਿਆ ਜਾਂ ਛੱਡਿਆ ਗਿਆ, ਬਾਇਓ ਟੈਰੋਰਿਜ਼ਮ ਜਿਹਨੂੰ ਆਪਾਂ ਕਹਿੰਦੇ ਆ, ਇਹ ਨੈਚੁਰਲ ਹੈਗਾ। ਇੱਕ ਤਾਂ ਇਹ ਧਾਰਨਾ ਚੇਂਜ ਹੋਈ। ਦੂਜੀ ਗੱਲ ਇਹ ਹੈਗੀ ਆ ਵੀ ਇਹ ਕੋਈ ਵੀ ਅੰਗ ਨੂੰ ਇਨਫੈਕਟ ਕਰ ਸਕਦਾ। ਇਹਦੇ ਮੁੱਢਲੇ ਲੱਛਣ ਤਾਂ ਆਪਾਂ ਇਹੀ ਕਹਾਂਗੇ, ਬੁਖਾਰ ਹੁੰਦਾ, ਖੰਘ ਹੁੰਦੀ ਆ, ਸਾਹ ਚੜ੍ਹਦਾ, ਲੇਕਿਨ ਉਲਟੀਆਂ ਟੱਟੀਆਂ ਵੀ ਹੋ ਸਕਦੀਆਂ, ਰੈਸ਼ ਵੀ ਹੋ ਸਕਦਾ, ਚੱਕਰ ਵੀ ਆ ਸਕਦੇ ਆ। ਸੋ ਕੋਈ ਵੀ ਇਹ ਲੱਛਣ ਜਿਹੜਾ ਹੈਗਾ ਇਹ ਵਾਇਰਸ ਕ੍ਰੀਏਟ ਕਰ ਸਕਦਾ, ਔਰ ਵੱਖ-ਵੱਖ ਕੰਟਰੀ 'ਚ ਵੱਖ-ਵੱਖ ਇਹਦੇ ਲੱਛਣ ਰਿਪੋਰਟ ਕੀਤੇ ਗਏ, ਜਿੱਦਾਂ ਮੈਂ ਬੱਚਿਆਂ 'ਚ ਵੀ ਦੱਸਿਆ ਸੀ, ਹੈ ਨਾ। ਦੂਜੀ ਗੱਲ ਇਹ ਹੈਗੀ ਆ ਵੀ ਇਹਦੇ ਨਾਲ ਅਗਰ ਆਪਾਂ ਟੋਟਲ ਜਿਹੜੇ ਇਨਫੈਕਟਡ ਲੋਕੀ ਕਹਿ ਲਈਏ, ਹੈ ਨਾ, ਕਿਉਂਕਿ ਲਾਈਫ ਲੈਬ 'ਚ ਜਦੋਂ ਅਸੀਂ ਬਲੱਡ ਟੈਸਟ ਕਰਵਾਉਣ ਜਾਂਦੇ ਥਾਇਰੋਇਡ ਦਾ, ਆਇਰਨ ਦਾ, ਸ਼ੂਗਰ ਦਾ, ਤਾਂ ਉਹੀ ਬਲੱਡ ਤੋਂ ਐਂਟੀਬਾਡੀਜ਼ ਵੀ ਚੈੱਕ ਕਰ ਲੈਂਦੇ ਆ। ਸੋ ਕਰੀਬਨ 23,000 ਵਿਅਕਤੀਆਂ ਨੂੰ ਜਦੋਂ ਮਈ-ਜੂਨ 'ਚ ਚੈੱਕ ਕੀਤਾ ਸੀ, ਉਦੋਂ ਕੋਵਿਡ BC ਵਿੱਚ ਐਕਸਪੋਜ਼ ਹੋ ਚੁੱਕਾ। ਉਦੋਂ ਸਾਡੇ ਨੰਬਰ 4000 ਸੀ। ਸੋ ਕਰੀਬਨ 5 ਤੋਂ 6 ਗੁਣਾ ਲੋਕਾਂ ਨੂੰ ਜ਼ਿਆਦਾ ਹੋ ਚੁੱਕਾ। ਅਗਰ ਆਪਾਂ ਉਹਨੂੰ ਉਸ ਰੈਫਰੈਂਸ 'ਚ ਲਈਏ ਤਾਂ ਸਾਡੀਆਂ 210 ਡੈਥ ਤਾਂ ਫਿਰ ਬਹੁਤ ਘੱਟ ਲੱਗਦੀਆਂ, ਲੇਕਿਨ ਡੈਥ ਫਿਰ ਵੀ ਡੈਥ ਹੀ ਹੈਗੀ। ਡੈਥ ਹੀ ਹੈ ਜੀ। ਡਾਕਟਰ ਸਾਹਿਬ, ਜਿਹੜਾ ਹੁਣ ਇਸ ਵੇਲੇ ਕੀ ਲੱਗ ਰਿਹਾ ਕਿ ਇਹ ਅਸੀਂ ਹੁਣ 100 ਕੇਸ ਰੋਜ਼ ਆ ਰਿਹਾ ਜੀ, ਇਕੱਲੇ BC ਦੀ ਗੱਲ ਕਰੀਏ, ਇਹ ਸੈਕੰਡ ਵੇਵ ਚੱਲ ਰਹੀ ਆ ਗਈ ਹੈ ਸੈਕੰਡ ਵੇਵ, ਜਾਂ ਇਹ ਤੋਂ ਵੀ ਕੁਝ ਖਤਰਨਾਕ ਆਉਣਾ ਅਜੇ? ਡਾਕਟਰ ਬੌਨੀ ਹੈਨਰੀ ਫਿਲਹਾਲ ਇਹਨੂੰ ਸੈਕੰਡ ਵੇਵ ਨਹੀਂ ਕਹਿ ਰਹੇ, ਹੈ ਨਾ। ਅੱਛਾ ਜੀ। ਇਹ ਕਹਿ ਰਿਹਾ ਵੀ ਇਹ ਬਿਲਕੁਲ ਥੱਲੇ ਚਲਾ ਗਿਆ ਸੀ, ਇਹਨੂੰ ਆਪਾਂ ਠੱਲ ਪਾਈ ਸੀ, ਲੇਕਿਨ ਸਾਡੀ ਅਣਗਹਿਲੀ ਕਰਕੇ ਇਹ ਪ੍ਰੋਬਲਮ ਵਧੀ ਆ, ਜਿਹਦੇ ਕਰਕੇ ਉਹਨਾਂ ਨੇ ਨਾਈਟ ਕਲੱਬਸ, ਬਾਰਸ ਤੇ ਸਟੈਂਡ ਅਲੋਨ ਜਿਹੜੇ ਬੈਂਕੁਏਟਸ ਆ ਉਹ ਬੰਦ ਕੀਤੇ ਆ। ਕਿਉਂਕਿ ਜਦੋਂ ਲੋਕਡਾਊਨ ਸੀ ਸਾਰਾ ਕੁਝ ਬੰਦ ਸੀ, ਫਿਰ ਉਹਨਾਂ ਨੇ ਥੋੜ੍ਹੀ ਬਹੁਤ ਛੂਟ ਦਿੱਤੀ। ਜਦੋਂ ਫੇਜ਼ 3 ਤੇ ਛੂਟ ਦੇ ਦਿੱਤੀ, ਨਾਲੇ ਸਮਰ ਆ ਗਿਆ, ਜਿਹੜਾ ਯੂਥ ਹੈਗਾ, ਹੁਣ ਜ਼ਿਆਦਾ ਵਾਇਰਸ ਅਗਰ ਆਪਾਂ ਦੇਖੀਏ ਤਾਂ ਯੂਥ 'ਚ ਹੈਗਾ, ਜਿਹੜੇ 20 ਤੋਂ 29 ਸਾਲ ਦੇ ਲੋਕੀ ਹੈ, ਦੂਜੇ ਰੇਂਜ 'ਚ ਵੀ, ਲੇਕਿਨ ਬਹੁਤ ਜ਼ਿਆਦਾ ਵਾਇਰਸ ਇਸ ਰੇਂਜ 'ਚ ਹੈਗਾ। ਇਹ ਸ਼ਰਾਬ ਵੀ ਬਹੁਤ ਪੀਂਦੇ ਆ, ਇਹਨਾਂ ਦੇ ਗਰਲਫ੍ਰੈਂਡ ਬॉयਫ੍ਰੈਂਡ ਦੇ ਚੱਕਰ ਵੀ ਬੜੇ ਹੈਗੇ ਆ, ਇਹ ਨੇੜਤਾ ਜਿਹੜੀ ਹੈਗੀ ਬਹੁਤ ਰੱਖਦੇ ਆ, ਔਰ ਇਹ ਪਰਵਾਹ ਨਹੀਂ ਕਰਦੇ ਵੀ ਅਸੀਂ ਯੰਗ ਹੈ, ਸਾਨੂੰ ਕੀ ਹੋ ਚੱਲਿਆ, ਹੈ ਨਾ, ਮਾੜਾ ਬੁਖਾਰ ਹੀ ਹੋ ਜਾਊਗਾ, ਹੈ ਨਾ, ਵੀ ਖੰਘ ਰੇਸ਼ਾ ਹੀ ਹੋ ਜਾਊਗਾ। ਸੋ ਉਹਦੇ ਕਰਕੇ ਵਾਇਰਸ ਬਹੁਤ ਜਿਹੜਾ ਹੈਗਾ ਸਪਰੈਡ ਹੋ ਰਿਹਾ। ਦੂਜੀ ਗੱਲ ਹੈਗੀ ਆ ਵੀ ਸੈਕੰਡ ਵੇਵ ਦੀ ਜਿਹੜੀ ਪੁਸ਼ਟੀ ਆ ਐਂਥਨੀ ਫੌਸੀ ਸਾਹਿਬ ਨੇ, ਸੰਜੇ ਗੁਪਤਾ ਨੇ, ਬੌਨੀ ਹੈਨਰੀ, ਡਾਕਟਰ ਥਰੀਸਾ ਟੈਮ, ਇਹਨਾਂ ਸਾਰਿਆਂ ਨੇ ਗਈ ਆ। ਔਰ ਅਗਰ ਆਪਾਂ ਦੇਖੀਏ ਇਹਦੀ ਆਉਣ ਦੀ ਸੰਭਾਵਨਾ ਕਾਫੀ ਹੈਗੀ ਆ।
ਹੁਣੇ ਨਿਊਜ਼ ਜਿਹੜੀ ਹੈਗੀ ਮੈਂ ਰਿਵਿਊ ਕਰ ਰਿਹਾ ਸੀ ਵੀ ਯੂਕੇ 'ਚ, ਕਿਉਂਕਿ ਉੱਥੇ ਮਾਮਲੇ ਵੱਧਦੇ ਜਾ ਰਹੇ ਆ, ਸਪਟੰਬਰ 14 ਤਰੀਕ, ਮੇਰੀ ਮੁਰਾਦ ਹੈ ਮੰਡੇ ਤੋਂ, ਬਾਹਰ 6 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਰਹਿ ਸਕਦੇ। 6 ਮੈਕਸਿਮਮ ਉਹਨਾਂ ਨੇ ਕਰ ਦੇਣੇ। ਹੁਣ ਆਪਾਂ 50 ਦੀ ਗੈਦਰਿੰਗ ਕਰ ਰਹੇ ਸੀ, ਉਹ ਹੁਣ 6 ਜਿਹੜੀ ਹੈਗੀ ਆ ਉਹ ਉੱਥੇ ਉਹਨਾਂ ਨੇ ਮੈਕਸਿਮਮ ਕਰਤੀ। ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਲਾਈਨ ਡਰਾ ਕਰਨੀ ਪਏਗੀ, ਕਿਉਂਕਿ ਚੇਨ ਜਿਹੜੀ ਹੈਗੀ ਤੋੜਨੀ ਪਏਗੀ, ਕਿਉਂਕਿ ਇੱਕ ਇਨਸਾਨ ਦੂਜੇ ਇਨਸਾਨ ਨੂੰ ਦਿੰਦਾ ਹੈ ਨਾ। ਸੋ ਜਿੱਥੇ ਆਪਣੀ ਸੰਘਣੀ ਗੈਦਰਿੰਗ ਹੁੰਦੀ ਆ ਉੱਥੇ ਸਪਰੈਡ ਫਾਸਟ ਹੋਊਗਾ। ਅਗਰ ਆਪਾਂ ਪਹਿਲੋਂ ਘਰ ਦੇ ਵਿੱਚ ਬੈਠੇ ਸੀ, ਤੁਸੀਂ ਦੇਖ ਲਓ ਸਾਡੇ ਨੰਬਰ 8 ਸੀ, 4 ਸੀ, 10 ਸੀ, 10 ਤੋਂ ਥੱਲੇ ਰਹਿੰਦੇ ਸੀ ਨਾ। ਸੋ ਇਹ ਚੇਨ ਆਫ ਇਵੈਂਟਸ ਤੋੜਨੀ ਪਏਗੀ ਜਦ ਤੱਕ ਵੈਕਸੀਨ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੁੰਦਾ ਔਰ ਉਹਦੀ ਸੇਫਟੀ ਔਰ ਉਹ ਇੰਪਲੀਮੈਂਟ ਨਹੀਂ ਹੁੰਦਾ। ਸ਼ਾਇਦ 2 ਡੋਜ਼ਸ ਲੱਗਣਗੇ। ਹਾਂ, ਕੈਨੇਡਾ ਦੇ ਵਿੱਚ ਵੈਕਸੀਨ ਪਹਿਲੋਂ ਮਿਲ ਜਾਊਗਾ, ਜਾਂ ਅਮੀਰ ਦੇਸ਼ ਹੈ, ਇਹਦੇ ਕੋਲ ਪੈਸੇ ਵੀ ਇਹਨਾਂ ਨੇ ਡਾਊਨ ਪੇਮੈਂਟ ਵੀ ਦਿੱਤੇ ਆ। ਬਾਕੀ ਗਰੀਬ ਦੇਸ਼ਾਂ ਦਾ ਕੀ ਹੋਊਗਾ? ਉਹਨਾਂ ਨੂੰ ਤਾਂ ਵੈਕਸੀਨ ਚਾਹੀਦੀ ਆ। ਸੋ ਇਸ ਲਈ ਸਾਲ ਤੱਕ, ਇਹ ਅਗਲੇ ਸਾਲ ਦੇ ਐਂਡ ਤੱਕ ਵੈਕਸੀਨੇਸ਼ਨ ਜਿਹੜੀ ਹੈਗੀ ਪੂਰੇ ਸੰਸਾਰ 'ਚ ਚੱਲੂਗੀ ਔਰ ਹੋ ਸਕਦਾ ਵੀ ਦਸੰਬਰ 21 ਜਾਂ ਮਿਡਲ ਆਫ 22 ਇਹ ਵਾਇਰਸ ਬਹੁਤ ਹੱਦ ਤੱਕ ਥੱਲੇ ਚਲਾ ਜਾਵੇ। ਤੇ ਡਾਕਟਰ ਸਾਹਿਬ, ਇਸ ਵੇਲੇ ਜਿਹੜਾ ਦੁਨੀਆ ਦੇ ਕਿਸੇ ਹਿੱਸੇ ਵਿੱਚ ਸੈਕੰਡ ਵੇਵ ਆ ਗਈ ਆ ਹੁਣ? ਦੇਖੋ, ਜਿਹੜੇ ਮਾਮਲੇ ਆ ਸਾਊਥ ਕੋਰੀਆ, ਯੂਕੇ, ਜਰਮਨੀ, ਸਪੇਨ ਇਸ ਪਾਸੇ ਵੱਧ ਰਹੇ ਆ। ਉਹ ਕਈ ਜਗ੍ਹਾ 'ਚ ਥੋੜ੍ਹੇ ਲੋਕਡਾਊਨ ਵੀ ਗ੍ਰੈਜੂਅਲ ਕਰਦੇ ਆ ਜਾਂ ਆਈਸੋਲੇਸ਼ਨ ਜ਼ਿਆਦਾ ਕਰਦੇ ਆ। ਬਟ ਕਿਸੇ ਨੇ ਵੀ ਇੱਦਾਂ ਇੱਕ ਡੈਫੀਨੇਟਲੀ ਨਹੀਂ ਕਿਹਾ ਵੀ ਸੈਕਿੰਡ ਵੇਵ ਹੈ ਨਾ। ਔਰ ਇਹ ਮੇਰੇ ਖਿਆਲ ਨਾਲ ਸ਼ਾਇਦ ਮੈਨੂੰ ਲੱਗਦਾ ਆਪਾਂ ਨਾਰਥ ਅਮਰੀਕਾ 'ਚ ਸਿਆਲਾਂ 'ਚ ਇਸ ਨਾਮ ਨੂੰ ਫਿਰ ਗੁਣਗੁਣਾਵਾਂਗੇ। ਲੇਕਿਨ ਦੇਖੋ, ਫਸਟ ਵੇਵ ਜਾਂ ਸੈਕਿੰਡ ਵੇਵ, ਵਾਇਰਸ ਤਾਂ ਸੇਮ ਹੀ ਆ ਹੈ ਨਾ। ਇਹਦਾ ਮਤਲਬ ਇਹ ਹੁੰਦਾ ਵੀ ਸਾਡੇ ਤੋਂ ਲੋੜ ਨਾਲੋਂ ਜ਼ਿਆਦਾ ਕੇਸਿਸ ਹੋ ਗਏ। ਹੁਣ ਜਿਹੜੀ BC ਆ ਗਵਰਨਮੈਂਟ ਹੈ ਉਹ 4 ਸਟੇਜਸ 'ਚ ਚੱਲ ਰਹੀ ਆ। ਹੋ ਸਕਦਾ ਵੀ ਬਹੁਤ ਲੋ ਰਹਿਣ, ਵੀ 60 ਤੋਂ ਥੱਲੇ ਮਾਮਲੇ ਰਹਿਣ ਹਸਪੀਟਲ, ਉਹਦੇ ਲਈ ਕੋਈ ਡਰਨ ਦੀ ਗੱਲ ਨਹੀਂ। 60 ਤੋਂ 90 ਰਹਿਣ, 90 ਤੋਂ 120, ਅਤੇ ਦੂਜੇ ਹੈਗੇ ਵੀ 250 ਤੋਂ ਉੱਤੇ ਹੋ ਜਾਣ, ਜਿਹਨੂੰ ਆਪਾਂ ਜਦੋਂ ਉੱਥੋਂ ਆਪਣੇ ਹਸਪੀਟਲ ਦੇ ਤਾਂ ਫਿਰ ਸ਼ਾਇਦ ਸੈਕਿੰਡ ਵੇਵ ਦਾ ਇੱਕ ਟਾਈਟਲ ਦਿੱਤਾ ਜਾਊਗਾ। ਲੇਕਿਨ ਇਹ ਇਰਰਿਸਪੈਕਟਿਵ ਆ ਵੀ ਫਸਟ ਵੇਵ ਜਾਂ ਸੈਕਿੰਡ ਵੇਵ ਜਾਂ ਥਰਡ ਵੇਵ, ਸਾਡੇ ਕੋਲ ਇਸ ਵੇਲੇ ਕੋਈ ਪ੍ਰੋਟੈਕਸ਼ਨ ਨਹੀਂ, ਜੋ ਕੋਈ ਦਵਾਈ ਨਹੀਂ, ਜੋ ਕੋਈ ਵੈਕਸੀਨੇਸ਼ਨ ਨਹੀਂ। ਜੋ ਸਾਡੇ ਕੋਲ ਇਹੀ ਆ ਵੀ ਅਸੀਂ ਹੱਥ ਧੋਈਏ, ਮਾਸਕ ਪਾਈਏ ਜਦੋਂ ਬਾਹਰ ਜਾਂਦੇ ਹਾਂ। ਹੁਣ ਮਾਸਕ ਦੇ ਪ੍ਰਤੀ ਵੀ ਨਾ ਵਾਦ ਵਿਵਾਦ ਫਿਰ ਇੱਕ ਵੀਡੀਓ ਤੁਰੀ ਫਿਰਦੀ ਆ ਵੀ ਉਹਦੇ 'ਚ ਪਲਾਸਟਿਕ ਹੁੰਦਾ, ਤੁਹਾਡੇ ਕੈਮੀਕਲ ਰਿਐਕਸ਼ਨ ਹੋਊਗਾ, ਤੁਹਾਨੂੰ ਤੰਗ ਕਰੂਗਾ। ਕੋਵਿਡ ਨੂੰ ਛੱਡੋ, ਜਿਹੜੀ ਸਰਜਰੀ ਆ ਪੂਰੇ BC 'ਚ, ਅਮਰੀਕਾ, ਕੈਨੇਡਾ 'ਚ ਪਿਛਲੇ 50 ਸਾਲ ਤੋਂ ਤੇ ਐਵਰੀਡੇ ਹੁੰਦੀਆਂ। ਔਰ ਉਹ ਜੋ ਸਰਜਨ ਹੈ 8-10 ਘੰਟੇ ਮਾਸਕ ਲਾਉਂਦੇ ਹੀ ਆ, ਸਰਜਰੀ ਕਰਨ ਵਾਲੇ ਨਰਸਿਸ ਵੀ ਲਾਉਂਦੇ ਆ। ਓਵਰ ਦਾ ਕਿਸੇ ਨੇ ਕੋਈ ਐਡਵਰਸ ਇਫੈਕਟ ਰਿਪੋਰਟ ਨਹੀਂ ਕੀਤਾ। ਹਾਲਾਂਕਿ ਉਹ ਮਾਸਕ ਜਿਹੜੇ ਹੈਗੇ N75 ਤੋਂ ਉੱਤੇ ਹੁੰਦੇ ਆ, ਜਿਹੜੇ ਜ਼ਿਆਦਾ ਸਟਰੋਂਗਰ ਹੁੰਦੇ ਆ। ਸੋ ਇਸ ਲਈ ਇਹ ਡਰਾਉਣ ਵਾਲੀਆਂ ਗੱਲਾਂ ਵੀ ਜਿਹੜੀਆਂ ਹੈਗੀਆਂ ਫੇਸਬੁੱਕ ਦੇ ਉੱਤੇ, ਮੀਡੀਆ ਦੇ ਉੱਤੇ ਬਹੁਤ ਚੱਲਦੀਆਂ। ਸੋ ਮਾਸਕ ਰੀਅਲੀ ਪ੍ਰੋਟੈਕਟ ਕਰਦਾ। ਜਾਪਾਨ ਨੂੰ ਦੇਖ ਲਓ, ਤਾਇਵਾਨ ਨੂੰ ਦੇਖ ਲਓ। ਤਾਇਵਾਨ ਬਿਲਕੁਲ ਕੁਆਇਟ ਹੈਗਾ, ਕਿਉਂਕਿ ਉਹਨਾਂ ਨੇ ਫਿਰ ਡੇ 1 ਤੋਂ ਮਾਸਕ ਯੂਜ਼ ਕਰਨੇ ਸ਼ੁਰੂ ਕੀਤੇ। ਉਹਨਾਂ ਦੇ ਵਿੱਚ ਜਿਹੜੇ ਸਮਾਰਟਫੋਨ ਨੇ ਬਾਸ਼ਿੰਦਿਆਂ ਦੇ, ਸਾਰਿਆਂ ਨੇ, ਗਵਰਨਮੈਂਟ ਨੇ ਇੱਕੋ ਹੀ ਮੈਸੇਜ ਪਾਉਣਾ ਸ਼ੁਰੂ ਕੀਤਾ ਤਾਂ ਕਿ ਕਨਫਿਊਜ਼ਨ ਨਾ ਹੋਵੇ, ਕੋਈ ਹੋਰ ਮਤਲਬ ਪਾਸੇ ਉਹਨਾਂ ਨੂੰ ਗਲਤ ਜਿਹੜੀ ਹੈਗੀ ਇਨਫੋਰਮੇਸ਼ਨ ਨਾ ਮਿਲੇ। ਔਰ ਕਿਉਂਕਿ SARS ਕਰਕੇ ਉਹਨਾਂ ਨੇ ਬੜਾ ਦੁੱਖ ਭੋਗਿਆ ਸੀ, ਉਹਨਾਂ 'ਤੇ ਕਾਨੂੰਨ ਨੂੰ ਹੱਥ ਲੱਗੇ ਸੀ। ਸੋ ਇਸ ਲਈ ਉਹ ਕਹਿੰਦਾ ਨਾ ਵੀ ਦੁੱਧ ਦਾ ਜਲਿਆ ਹੋਇਆ ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ। ਸੋ ਉਹ ਇਸ ਲਈ ਸਕਸੈਸਫੁਲ ਰਹੇ ਤਾਇਵਾਨ ਵਾਲੇ। ਡਾਕਟਰ ਸਾਹਿਬ, ਮਾਸਕ ਬਾਰੇ ਇਹ ਸੱਚਮੁੱਚ ਰੌਲਾ ਗੌਲਾ ਆ। ਰਾਸ਼ਟਰਪਤੀ ਟਰੰਪ ਕੱਲ੍ਹ ਹੀ ਕਿ ਪਰਸੋਂ ਨਾਰਥ ਕੈਰੋਲੀਨਾ ਦੇ ਵਿੱਚ ਕਿੱਥੇ ਆਪਣੀ ਰੈਲੀ ਨੂੰ ਸੰਬੋਧਨ ਕਰਨ ਗਏ, ਉਹਨਾਂ ਦੇ ਗਵਰਨਰ ਨੇ ਵੀ ਉੱਥੇ ਦੇ ਨੇ ਕਿਹਾ ਵੀ ਇੱਥੇ ਮਾਸਕ ਪਾਉਣਾ ਜ਼ਰੂਰੀ, ਉਹਨਾਂ ਨੇ ਪਾਇਆ ਹੀ ਨਹੀਂ। ਪਰ ਪੋਡੀਅਮ ਦੇ ਪਿੱਛੇ ਜਿੰਨੇ ਬੰਦੇ ਖੜੇ ਆ ਉਹਨਾਂ ਦੇ ਬਹੁਤੇ ਉਹਨਾਂ ਨੇ ਵੀ ਨਹੀਂ ਮਾਸਕ ਪਾਇਆ, ਨਾ ਕੋਈ ਡਿਸਟੈਂਸ ਆ। ਦੁਨੀਆ ਦਾ ਇੱਕ ਸਭ ਤੋਂ ਤਾਕਤਵਰ ਔਰ ਨਾਮਵਰ ਦੇਸ਼ ਦਾ ਪ੍ਰਧਾਨ ਮਾਸਕ ਪਾ ਕੇ ਖੁਸ਼ ਨਹੀਂ ਆ। ਰੌਲਾ ਗੌਲਾ, ਕਨਫਿਊਜ਼ਨ ਵੱਡੀ ਨਹੀਂ ਹੈ ਇਹ ਕਿ ਗੱਲ ਕਲੀਅਰ ਹੀ ਹੈ? ਤਾਂ ਹੀ ਦੇਖੋ ਅਮਰੀਕਾ ਸਫਰ ਵੀ ਕਰ ਰਿਹਾ ਹੈ ਨਾ। 6.5 ਮਿਲੀਅਨ ਕੇਸਿਸ, ਤੇ ਮੇਰੇ ਖਿਆਲ ਨਾਲ 1-2 ਦਿਨ 'ਚ 2 ਲੱਖ ਤੱਕ ਉੱਥੇ ਡੈਥ ਰੇਟ ਪਹੁੰਚ ਜਾਣਾ। 195 ਤੱਕ ਤਾਂ ਹੋ ਗਿਆ, 195। ਜਦ ਤੱਕ ਅਮਰੀਕਾ ਕੋਵਿਡ ਦੀ ਮਹਾਮਾਰੀ ਤੋਂ ਬਾਹਰ ਨਹੀਂ ਨਿਕਲਦਾ, ਮੈਂ ਕਹਿੰਦਾ 4 ਲੱਖ ਪ੍ਰਾਣੀ ਉੱਤੇ ਆਪਣੇ ਪ੍ਰਾਣ ਗਵਾ ਬੈਠੂਗਾ। ਇਹ ਤਾਂ ਅਜੇ ਹਾਫਵੇ ਥਰੂ ਅਮਰੀਕਾ ਅਜੇ ਘੁੰਮਣ ਡਿਆ। ਉਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਆ ਉਹ ਹੋਸ਼ੇ ਜਵਾਬ ਬਹੁਤ ਦਿੰਦੇ। ਕਦੀ ਲਾਈਸੋਲ ਜਿਹੜਾ ਇੰਜੈਕਟ ਕਰ ਲਓ ਜਾਂ ਪੀ ਲਓ, ਕਦੀ ਹੋਰ ਚੀਜ਼ਾਂ ਕਰ ਲਓ, ਕਦੀ ਲਾਈਟ ਜਿਹੜੀ ਹੈਗੀ ਆ ਉਹ ਥੈਰੇਪੀ ਕਰ ਲਓ। ਕਿਉਂਕਿ ਉਹ ਸਮਝੋ, ਹੁਣ ਮੈਨੂੰ ਪੋਲੀਟੀਕਲ ਨੌਲੇਜ ਨਹੀਂ ਹੈਗੀ ਅਤੇ ਮੈਨੂੰ ਪੋਲੀਟੀਕਲ ਬਿਆਨ ਨਹੀਂ ਦੇਣੇ ਚਾਹੀਦੇ। ਉਹਨਾਂ ਨੂੰ ਮੈਡੀਕਲ ਨੌਲੇਜ ਨਹੀਂ ਹੈ, ਉਹਨਾਂ ਨੂੰ ਮੈਡੀਕਲ ਬਿਆਨ ਨਹੀਂ ਦੇਣੇ ਚਾਹੀਦੇ। ਡਾਕਟਰ ਐਂਥਨੀ ਫੌਸੀ ਹੈਗੇ, ਡਾਕਟਰ ਸੰਜੇ ਗੁਪਤਾ ਹੈਗੇ, ਹੋਰ ਬੜੇ ਸਿਆਣੇ ਹੈਗੇ ਜਿਹੜੇ ਮੈਡੀਕਲੀ ਜਵਾਬ ਦੇ ਸਕਦੇ। ਹੁਣ ਤੁਸੀਂ ਦੇਖੋ, ਪ੍ਰਧਾਨ ਮੰਤਰੀ ਕਦੀ ਮੈਡੀਕਲ ਜਵਾਬ ਨਹੀਂ ਦੇਊਗਾ ਕੈਨੇਡਾ ਦਾ, ਥਰੀਸਾ ਟੈਮ ਦੇਊਗੀ, ਬੋਨੀ ਹੈਨਰੀ ਦੇਊਗੀ, ਜਾਂ ਵਰਸ ਕਮ ਟੂ ਵਰਸ ਏਡਰੀਅਨ ਡਿਕਸ, ਕਿਉਂਕਿ ਹੈਲਥ ਮਿਨਿਸਟਰ ਹੈ। ਸੋ ਇਸ ਲਈ ਜਿਹੜੇ ਰੋਲਸ ਹੈਗੇ ਆ ਉੱਥੇ ਰੋਲ ਮਾਡਲਿੰਗ ਗਲਤ ਹੋ ਗਈ ਆ।
ਵੀ ਅਸੀਂ ਬੇਪਰਵਾਹ, ਅਸੀਂ ਨਹੀਂ ਫੋਲੋ ਕਰਾਂਗੇ। ਕਈ ਆਪਣੇ ਚਾਰਟਰ ਆਫ ਫਰੀडम ਰਾਈਟ 'ਚ ਬਹਿ ਜਾਂਦੇ ਵੀ ਤੁਸੀਂ ਸਾਨੂੰ ਫੋਰਸ ਨਹੀਂ ਕਰ ਸਕਦੇ ਹੈ ਨਾ, ਵੀ ਅਸੀਂ ਇਹ ਕਰਨਾ ਉਹ ਕਰਨਾ। ਸੋ ਇਸ ਲਈ ਅਗਰ ਆਪਾਂ ਕਹੀਏ, ਇਸ ਲਈ ਅਮਰੀਕਾ ਇਹ ਸੰਤਾਪ ਜ਼ਿਆਦਾ ਭੋਗ ਰਿਹਾ, ਭਾਵੇਂ ਉਹ ਵਰਲਡ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਆ, ਲੇਕਿਨ ਅਗਰ ਆਪਾਂ ਆਖਿਓ ਤਾਂ ਉੱਥੇ ਪੋਲਰਾਈਜੇਸ਼ਨ ਬਹੁਤ ਹੈਗੀ ਆ। ਉੱਥੇ ਮਤਲਬ ਇਹ ਨਹੀਂ ਹੈਗਾ ਕੈਨੇਡਾ ਵਾਂਗਰ ਵੀ ਬਹੁਤੇ ਲੋਕੀ 90% ਤੋਂ ਜ਼ਿਆਦਾ ਇੱਥੇ ਫੋਲੋ ਕਰਦੇ। ਇੱਥੇ ਵੀ ਥੋੜ੍ਹੇ ਬਹੁਤ ਲਾਅ ਬ੍ਰੇਕਰਸ ਹੈਗੇ ਆ ਜਿਹਦੇ ਕਰਕੇ ਮਾੜਾ ਮੋਟਾ ਟਰਬਲ ਪੈਂਦੀ ਆ, ਲੇਕਿਨ 90% ਤੋਂ ਜ਼ਿਆਦਾ ਲੋਕੀ ਫੋਲੋ ਕਰਦੇ ਆ ਜੋ ਹੈਲਥ ਕੈਨੇਡਾ ਕਹਿੰਦੀ ਆ, CDC ਕਹਿੰਦੀ ਆ, ਔਰ ਤਾਂ ਹੀ ਅਸੀਂ ਬਚੇ ਹੋਏ ਆ। ਸਾਡੇ ਨੰਬਰਸ ਦੇਖੋ 1,30,000, ਡੈਥ ਕਿੰਨੀ ਹੈਗੀ 9100 ਦੇ ਲਾਗੇ ਹੈ ਨਾ। ਸੋ ਅਮਰੀਕਾ ਤੋਂ ਅਸੀਂ ਸਿਰਫ 10 ਗੁਣਾ ਘੱਟ ਆ, ਲੇਕਿਨ ਸਾਡੀ ਡੈਥ ਰੇਟ ਉਹਨਾਂ ਤੋਂ ਬਹੁਤ ਬਹੁਤ ਘੱਟ ਆ। ਇਸ ਲਈ ਕਿਉਂਕਿ ਅਸੀਂ ਲਿਸਨ ਕਰਦੇ ਹਾਂ, ਅਸੀਂ ਸਭ ਹਾਂ, ਅਸੀਂ ਫੋਲੋ ਕਰਦੇ ਹਾਂ ਜਿਹੜੀ ਗਾਈਡਲਾਈਨਸ ਦਿੱਤੀਆਂ ਜਾਂਦੀਆਂ। ਡਾਕਟਰ ਸਾਹਿਬ ਹੁਣ ਆਪਾਂ ਦੂਰ ਦੂਰ ਬੈਠੇ ਹਾਂ, ਬਹੁਤ ਸਾਰੀਆਂ ਥਾਵਾਂ ਤੇ ਸਰਕਾਰ ਕਹਿੰਦੀ ਆ ਦੂਰ ਦੂਰ ਰਹੋ, ਜਿਹੜਾ ਬੈਂਕਟ ਹਾਲ ਆ ਉਹਦੇ 50 ਤੋਂ ਜ਼ਿਆਦਾ ਇਕੱਠੇ ਨਾ ਹੋਵੋ। ਜੀ ਜੀ। ਬੈਂਕਟ ਹਾਲ ਵਾਲੇ ਕਹਿੰਦੇ ਆ ਵੀ ਇੱਕ ਰੈਸਟੋਰੈਂਟ ਦੇ ਵਿੱਚ 500 ਬੰਦਾ ਆ ਜਾਂਦਾ ਰੋਜ਼। ਸਾਡੇ ਤਾਂ ਜਿਹੜੇ ਆ ਗਏ ਉਹਨਾਂ ਨੇ ਉੱਥੇ ਹੀ ਰਹਿਣਾ। ਜੀ। ਬੈਂਕਟ ਹਾਲ ਦੇ ਵਿੱਚ ਜਿਹੜੇ ਰੈਸਟੋਰੈਂਟ ਦੇ ਵਿੱਚ ਆ ਗਏ ਚਲੇ ਗਏ, ਬੰਦੇ ਵੀ ਬਦਲ ਰਹੇ ਆ। ਜਾਂ ਜਿਹੜੀਆਂ ਪਾਰਟੀ ਬੱਸਸ ਉਹਦੇ ਵਿੱਚ ਤੁਸੀਂ ਇਕੱਠੇ ਹੋ ਕੇ ਬੈਠ ਸਕਦੇ ਆ, ਹਾਲ 'ਚ ਨਹੀਂ ਬੈਠ ਸਕਦੇ। ਇੰਡੀਆ ਦੇ ਵਿੱਚ ਕਿ ਤੁਸੀਂ ਜਿਹੜਾ ਆਈਲੈਟ ਸੈਂਟਰ ਨਹੀਂ ਚਲਾ ਸਕਦੇ ਆਪਣਾ, ਤੁਸੀਂ ਬੱਸ 'ਚ ਬੈਠ ਸਕਦੇ ਆ। ਉਹਨਾਂ ਨੇ ਬੱਸ 'ਚ ਆਪਣੇ ਉਹ ਬੋਰਡ ਲਾ ਕੇ ਤਾਂ ਬੱਸ 'ਚ ਪੜਾਉਣਾ ਸ਼ੁਰੂ ਕਰ ਦਿੱਤਾ ਵੀ ਚਲੋ ਇਦਾਂ ਕਲਾਸਾਂ ਸ਼ੁਰੂ ਕਰ ਲੈਂਦੇ ਆ ਆਈਲੈਟ। ਜਦੋਂ ਬੱਸ 'ਚ ਅਲਾਉਡ ਆ ਸਾਰੀ ਬੱਸ ਭਰਨੀ, ਤਾਂ ਇਹਦਾ ਕੀ ਫੰਡਾ ਹੈ ਡਾਕਟਰ ਸਾਹਿਬ ਵੀ ਤੁਸੀਂ ਪਾਰਟੀ ਬੱਸ 'ਚ ਇਕੱਠੇ ਹੋ ਸਕਦੇ ਆ? ਕੀ ਉਹ ਨਾਲ ਨਾਲ ਨਹੀਂ ਬੈਠੇ, ਜਾਂ ਇਹ ਫਿਰ ਕਿੱਦਾਂ ਕਰਦੇ ਆ ਇਹਨੂੰ ਜੀ? ਦੇਖੋ ਪਾਰਟੀ ਬੱਸ ਦੀ ਜਿਹੜੀ ਵੀਡੀਓ ਨਸ਼ਰ ਹੋਈ ਇੱਥੇ, ਹਾਂਜੀ, ਉਹਦੇ ਪ੍ਰਤੀ ਨਿਊਜ਼ ਅਦਾਰੇ ਨੇ ਵੀ ਗੱਲਾਂ ਬਾਤਾਂ ਕੀਤੀਆਂ, ਉਹ ਗਲਤ ਸੀ ਹੈ ਨਾ। ਔਰ ਲੋਕਾਂ ਦਾ ਸੁਭਾਅ ਜਿਹੜਾ ਕੰਟਰੋਲ ਕਰਨਾ ਬੜਾ ਔਖਾ ਜਿਸ ਕਰਨ ਜੀ। ਹੁਣ ਜਿਹੜਾ ਆਪਾਂ ਸੰਤਾਪ ਕਿਉਂ ਭੋਗ ਰਹੇ, ਇਹਨੂੰ ਕਹਿੰਦੇ ਆ ਮਾਸਕ ਫਟੀਗ, ਵੀ ਰੋਜ਼ ਮਾਸਕ ਲੋਕਾਂ ਕਹਿੰਦੇ ਅੱਛਾ ਟੁੱਟਾਂ ਪਰਾਂ ਹੈ ਨਾ, ਮੈਂ ਅੱਕ ਗਿਆ। ਫਟੀਗ ਮਤਲਬ ਥੱਕ ਗਿਆ ਹੈ ਨਾ। ਲੋਕੀ ਆ ਨਾ ਫਟੀਗ ਕਰਕੇ ਵੀ ਅਸੀਂ ਰੋਜ਼ ਇਹੀ ਪਾਲਣਾ ਕਰ ਰਹੇ ਹਾਂ, ਲੋਕੀ ਅੱਕ ਜਾਂਦੇ। ਦੂਜੀ ਗੱਲ ਦੇਖੋ, ਹਾਲ ਵਾਲੇ ਮੇਰੇ ਸਾਰੇ ਆਪਣੇ ਅਜ਼ੀਜ਼ ਆ, ਔਰ ਮੇਰੇ ਸਾਰੇ ਮਤਲਬ ਮੈਂ ਸਾਰਿਆਂ ਨੂੰ ਜਾਣਦਾ, ਬੜੀ ਕਲੋਜ਼ਲੀ ਜਾਣਦਾ, ਔਰ ਮੈਨੂੰ ਬਹੁਤ ਦੁੱਖ ਹੁੰਦਾ ਕਿਉਂਕਿ ਉਹਨਾਂ ਦਾ ਬਿਜ਼ਨਸ ਟੋਟਲੀ ਹੁਣ ਅੱਜ ਤਾਂ ਬਿਲਕੁਲ ਹੀ ਬੰਦ ਕਰ ਦਿੱਤੇ ਨਾ ਡਾਕਟਰ ਬੋਨੀ ਹੈਨਰੀ ਨੇ। ਦੋ ਗੱਲਾਂ ਮੈਂ ਕਰੂੰਗਾ। ਪਹਿਲੀ ਗੱਲ ਵੀ ਸਟੈਂਡ ਅਲੋਨ ਜਿਹੜੇ ਹੈਗੇ ਹਾਲ ਕਿਉਂ ਬੰਦ ਹੋਏ, ਸਾਰੇ ਹਾਲ ਬੰਦ ਹੋਣੇ ਚਾਹੀਦੇ। ਕਿਉਂਕਿ ਅਗਰ ਆਪਾਂ ਆਖੀਏ ਜਿਹੜੇ ਵੱਡੇ ਹੋਟਲਸ ਆ, ਰੈਸਟੋਰੈਂਟਸ ਆ, ਉਹਨਾਂ ਦੇ ਜਿਹੜੇ ਬੈਂਕੁਏਟਸ ਉਹ ਚੱਲ ਰਹੇ ਆ 50 ਦੇ ਅਦਾਰੇ 'ਚ, ਇਹ ਸਟੈਂਡ ਅਲੋਨ ਜਿਹੜੇ ਹੈਗੇ ਸਾਡੇ ਕਮਿਊਨਿਟੀ 'ਚ ਹੁੰਦੇ ਆ, ਔਰ ਇਹ ਬੰਦ ਕੀਤੇ ਗਏ। ਦੂਜਾ, ਜਿਵੇਂ ਉਹਨਾਂ ਕੋਲ ਅਗਰ ਲਾਇਸੈਂਸ ਹੈਗਾ ਰੈਸਟੋਰੈਂਟ ਵਾਲਾ, ਤਾਂ ਉਹਨਾਂ ਨੂੰ ਰੈਸਟੋਰੈਂਟ ਵਾਲੀ ਮਾਨਤਾ ਦੇਣੀ ਚਾਹੀਦੀ ਸੀ। ਉਹਨਾਂ ਦੇ ਨਾਲ ਜਿਹੜਾ ਹੈਗਾ ਥੋੜ੍ਹਾ ਕੋਆਪਰੇਟ ਕਰਨਾ ਚਾਹੀਦਾ ਸੀ। ਪ੍ਰੋਬਲਮ ਇੱਕ ਪੈ ਜਾਂਦੀ ਆ ਵੀ ਜਦੋਂ ਇਨਸਾਨ ਨਾ ਪਾਰਟੀਆਂ 'ਚ ਸ਼ਰਾਬ ਪੀ ਕੇ ਡਾਂਸ ਕਰਨ ਲੱਗ ਪੈਂਦਾ, ਉਦੋਂ ਫਿਰ ਨੇੜਤਾ ਜਿਹੜੀ ਹੈਗੀ ਜ਼ਿਆਦਾ ਹੋ ਜਾਂਦੀ, ਪਤਾ ਨਹੀਂ ਲੱਗਦਾ। ਲੇਕਿਨ ਇਹ ਰਿਸਟ੍ਰਿਕਸ਼ਨ ਲਾ ਸਕਦੇ ਸੀ ਵੀ 10 ਵਜੇ ਤੱਕ ਪਾਰਟੀ ਬੰਦ ਹੋ ਜਾਵੇ ਜਾਂ ਜੋ ਵੀ ਹੈ ਨਾ। ਸੋ ਅਜੇ ਵੀ ਮੈਨੂੰ ਲੱਗਦਾ ਵੀ ਹਾਲ ਵਾਲਿਆਂ ਨੂੰ ਨੈਗੋਸ਼ੀਏਟ ਕਰਨਾ ਚਾਹੀਦਾ ਵੀ ਠੀਕ ਹੈ ਉਹਨਾਂ ਨੇ ਜੁਰਿਸਡਿਕਸ਼ਨ 'ਤੇ ਲਿਆਂਦੀ ਹੈ ਨਾ, ਬਟ ਆਲਰੇਡੀ ਮਤਲਬ ਜਿਹੜੇ ਵੱਡੇ 5 ਸਟਾਰ ਫੈਸਿਲਿਟੀਜ਼ 'ਚ ਅੰਦਰ ਬੈਂਕੁਏਟਸ ਹੈਗੇ ਉਹ ਚੱਲ ਰਹੇ ਆ 50 ਦੀ ਕੈਪੈਸਿਟੀ ਦੇ ਵਿੱਚ ਹੈ ਨਾ। ਆਲਰੇਡੀ ਜਿਹੜੇ ਰੈਸਟੋਰੈਂਟ ਹੈ ਉਹਨਾਂ ਦੀ 50% ਕੈਪੈਸਿਟੀ 'ਤੇ ਉਹ ਚੱਲ ਰਹੇ ਨੇ। ਸੋ ਇਸ ਲਈ ਮੈਨੂੰ ਆਸ ਹੈਗੀ ਆ ਵੀ ਇਹ ਹੋਣਾ ਚਾਹੀਦਾ ਵੀ ਹਾਲਸ ਵਾਲਿਆਂ ਨੂੰ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਨਰਮ ਦਿਲੀ ਗਵਰਨਮੈਂਟ ਨੂੰ ਅਪਣਾਉਣੀ ਚਾਹੀਦੀ ਆ। ਬਟ ਅਗੇਨ ਇਹ ਡਿਪੈਂਡ ਕਰਦਾ ਵੀ ਕਿੱਦਾਂ ਇਹ ਨੈਗੋਸ਼ੀਏਟ ਕਰਦੇ ਆ। ਮੈਨੂੰ ਇੱਕ ਹੋਰ ਗੱਲ ਦੱਸੀ ਗਈ ਸੀ, ਸ਼ਾਇਦ ਮੈਂ ਰੋਂਗ ਵੀ ਹੋਵਾਂ, ਕਿ ਪਿਛਲੇ ਹਫਤੇ ਆਰਿਆ ਬੈਂਕੁਏਟ ਹਾਲ 'ਚ ਇਹਨਾਂ ਦੀ ਮੀਟਿੰਗ ਵੀ ਹੋਈ ਸੀ। ਬਿਲਕੁਲ। ਤੇ ਉਸ ਦੌਰਾਨ ਇਹਨਾਂ ਨੇ ਧਮਕੀ ਦਿੱਤੀ ਸੀ ਵੀ ਅਗਰ ਤੁਸੀਂ ਨਹੀਂ ਸਾਡੇ ਹਾਲ ਦੇ ਕੈਪੈਸਿਟੀ ਵਧਾਉਣੀ ਤੇ ਬੰਦ ਕਰਵਾ ਦਿਓ। ਤਾਂ ਉਹਨਾਂ ਨੇ ਫਿਰ ਪਾਵਰ ਉਹਨਾਂ ਦੇ ਹੱਥ 'ਚ ਹੈ ਨਾ। ਸੋ ਕਈ ਵਾਰ ਆਪਾਂ ਜਿਹੜੇ ਲਫ਼ਜ਼ ਬੋਲਦੇ ਆ ਉਹ ਗਲਤ ਵੀ ਹੋ ਜਾਂਦੇ ਕਈ ਵਾਰ ਹੈ ਨਾ। ਸੋ ਇਸ ਲਈ ਜਿਹੜੇ ਲਫ਼ਜ਼ ਹੈ, ਤੁਸੀਂ ਦੇਖੋ ਜਿਹੜਾ ਤੁਹਾਡਾ ਵਰਡ ਹੈਗਾ ਉਹਦੀ ਪਾਵਰ ਹੁੰਦਾ, ਉਹਦਾ ਵਜਨ ਹੁੰਦਾ। ਉਹ ਗਲਤ ਵੀ ਇਸਤੇਮਾਲ ਹੋ ਸਕਦਾ, ਸਹੀ ਵੀ ਹੋ ਸਕਦਾ। ਤਾਂ ਹੀ ਗੁਰਬਾਣੀ 'ਚ ਬਾਬਾ ਨਾਨਕ ਕੀ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਕਿ ਆਪਾਂ ਕੋੜਾ ਬੋਲ ਨਾ ਜਾਣੇ ਪੂਰਨ ਭਗਵਾਨ। ਸੋ ਇਸ ਲਈ ਆਪਾਂ ਕਿਤੇ ਨਾ ਕਿਤੇ ਕੋਈ ਆਪਸ ਦੇ ਵਿੱਚ ਕਮਿਊਨੀਕੇਸ਼ਨ ਤਾਲਮੇਲ ਵੀ ਉਹਨਾਂ ਦੀ ਹੋਈ ਆ। ਲੇਕਿਨ ਮੈਨੂੰ ਸਾਰੇ ਹਾਲਾਂ ਦੇ ਨਾਲ ਹਮਦਰਦੀ ਹੈਗੀ ਆ। ਕਈਆਂ ਦੇ ਹੁਣ ਵੀਕਐਂਡ 'ਚ ਵਿਆਹ ਹੋਣੇ ਸੀ, ਪਾਰਟੀਆਂ ਹੋਣੀਆਂ ਸੀ, ਮਾਈਆਂ ਸੀ, ਜਾਗੋ ਸੀ, ਲੇਡੀਜ਼ ਹੋ ਗਏ, ਉਹ ਸਾਰਾ ਹੁਣ ਟੋਟਲੀ ਮਤਲਬ ਕਹਿ ਲਓ ਵੀ ਜ਼ੀਰੋ ਉਹਨਾਂ ਦਾ। ਹੁਣ ਪਿੱਛੇ ਘਰਾਂ ਦੇ ਕਈਆਂ ਦੇ ਇੰਨਾ ਜਗ੍ਹਾ ਵੀ ਨਹੀਂ ਹੁੰਦੀ, ਔਰ ਘਰ ਦੇ ਵਿੱਚ 50 ਬੰਦੇ ਕਿੱਦਾਂ ਉਹ ਐਕੋਮੋਡੇਟ ਕਰ ਸਕਣਗੇ। ਸੋ ਉਹਨਾਂ ਦੇ ਲਈ ਤਾਂ ਉਹ ਬਹੁਤ ਵੱਡੀ ਤਰਾਸਦੀ ਹੋ ਗਈ। ਲੇਕਿਨ ਇਹਨੂੰ ਵੱਡੀ ਪਿਕਚਰ 'ਚ ਦੇਖੀਏ ਤਾਂ ਸਾਰਾ ਹੋ ਰਿਹਾ ਤਾਂ ਕਿ
ਕੋਵਿਡ ਜੀ ਜਿਹੜਾ ਹੈਗਾ ਜ਼ਿਆਦਾ ਸਪਰੈਡ ਨਾ ਹੋਵੇ। ਅਲਟੀਮੇਟਲੀ ਬਚਾਓ ਦੇ ਤੌਰ ਦੇ ਉੱਤੇ ਕੀਤਾ ਜਾ ਰਿਹਾ, ਲੇਕਿਨ ਗਵਰਨਮੈਂਟ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਅਗਰ ਉਹਨਾਂ ਨੂੰ ਬੰਦ ਕੀਤਾ ਤਾਂ ਉਹਨਾਂ ਨੂੰ ਫਾਈਨੈਂਸ਼ੀਅਲ ਏਡ ਵੀ ਦੇਣਾ ਚਾਹੀਦਾ। ਡਾਕਟਰ ਸਾਹਿਬ, ਕੱਲ੍ਹ ਤੋਂ ਬੱਚਿਆਂ ਨੇ ਸਕੂਲ ਚਲੇ ਜਾਣਾ, ਇਹਦੇ ਬਾਰੇ ਫੇਰ ਮਾਸਕ ਵਰਗੀ ਕਨਫਿਊਜ਼ਨ ਲੱਗਦੀ ਜੀ, ਘੱਟੋ ਜੀ। ਘੱਟ ਮੈਨੂੰ ਤਾਂ। ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਆ ਲਾਸਟ ਟਾਈਮ ਅਸੀਂ ਗੱਲ ਕੀਤੀ ਸੀ ਵੀ ਬੱਚਿਆਂ ਨੂੰ ਸਕੂਲ ਜਾਣਾ ਭੇਜੋ ਚਾਹੀਦਾ ਔਰ ਇਹਦੇ ਨਾਲ ਹੀ ਜੀਣਾ ਪੈਣਾ, ਇਹ ਜੀ। ਕੋਈ ਮਸਲਾ ਨਹੀਂ ਆ। ਅਸੀਂ ਸਕੂਲ ਟਰਸਟੀ ਗੈਰੀ ਥਿੰਦ ਉਹਨਾਂ ਨਾਲ ਗੱਲ ਕੀਤੀ, ਜੀ ਉਹ ਕਹਿੰਦੇ ਵੀ ਮੇਰੀ ਆਬਜ਼ਰਵੇਸ਼ਨ ਜਿਹੜੀ ਉਹ ਇਹ ਆ ਵੀ ਜੇ ਅਮਰੀਕਾ ਦੇ ਵਿੱਚ ਉਹਨਾਂ ਨੇ ਸਕੂਲ ਖੋਲ੍ਹੇ ਤਾਂ ਉੱਥੇ ਨੰਬਰ ਬਹੁਤ ਵਧਿਆ, ਜੀ ਵੀ ਇਸ ਕਰਕੇ ਹੁਣ ਦਿਖ ਤਾਂ ਰਿਹਾ ਹੀ ਆ ਕੀ ਹੋਣਾ। ਇਸ ਕਰਕੇ ਉਹ ਕਹਿੰਦੇ ਮੈਂ ਨਹੀਂ ਵੀ ਪਰਸਨਲੀ, ਉਹ ਕਹਿੰਦੇ ਮੈਂ ਆਪਣੇ ਬੱਚੇ ਨਹੀਂ ਭੇਜ ਰਿਹਾ, ਮੈਂ ਉਹਨਾਂ ਨੂੰ ਆਨਲਾਈਨ ਆਪਟ ਕੀਤਾ ਆ। ਜੀ ਹੁਣ ਆਮ ਬੰਦਾ ਕੀ ਕਰੇ ਜੀ? ਦੇਖੋ ਇਹ ਪਰ ਆਪਸ਼ਨ ਹੈ ਤਾਂ ਅਵੇਲੇਬਲ ਹੈ, ਪਰਸਨਲ ਚੋਇਸ, ਪਰ ਫਿਰ ਵੀ ਇਹ ਆਪਸ਼ਨ ਹੁਣ ਅਵੇਲੇਬਲ ਹੈਗੀ ਆ। 245 ਮਿਲੀਅਨ ਪੀਸੀ ਨੂੰ ਮਿਲਿਆ, 2 ਬਿਲੀਅਨ ਕੈਨੇਡਾ ਨੂੰ ਵੰਡਿਆ ਗਿਆ ਵੀ ਸਕੂਲਾਂ ਦੇ ਵਿੱਚ ਅਪਗ੍ਰੇਡ ਕੀਤਾ ਜਾਏ, ਉਹਨੂੰ ਬ੍ਰੌਡਕਾਸਟ ਕਰਨ ਵਾਸਤੇ ਹੋਰ ਲੋਕੀ ਹਾਇਰ ਕੀਤੇ ਜਾਣ ਵੀ ਜਿਹੜਾ ਸੇਫਟੀ ਪ੍ਰੋਟੋਕਾਲ ਫੋਲੋ ਕੀਤੇ ਜਾਣ, ਤਾਂ ਕਿ ਬੱਚੇ ਜਦੋਂ ਸਕੂਲ ਜਾਣ ਉੱਥੇ ਸੁਰੱਖਿਅਤ ਵੀ ਹੋਣ ਔਰ ਸੇਫ ਵੀ ਹੋਣ, ਤਾਂ ਕਿ ਸਾਰੇ ਜਿਹੜੇ ਪ੍ਰੋਟੋਕਾਲ ਫੋਲੋ ਕੀਤੇ ਜਾਣ। ਡਾਕਟਰ ਸੰਜੇ ਗੁਪਤਾ ਨੇ ਵੀ ਬਿਆਨ ਦਿੱਤਾ ਸੀ ਵੀ ਆਪਣੇ ਬੱਚੇ ਨਹੀਂ ਭੇਜਣੇ, ਕਿਉਂਕਿ ਉੱਥੇ ਬਹੁਤ ਜ਼ਿਆਦਾ ਮਾਮਲੇ ਵੱਧ ਰਹੇ ਸੀ ਅਮਰੀਕਾ 'ਚ। ਹੁਣ ਪਿਛਲੇ ਹਫਤੇ ਅਲਬਰਟਾ 'ਚ ਸਕੂਲ ਖੁੱਲ੍ਹੇ, ਥੋੜ੍ਹੇ ਕੇਸਿਸ ਆਏ ਆ। ਦੇਖੋ ਬਰਲਿਨ 'ਚ ਵੀ ਕੇਸਿਸ ਆਏ, ਸਾਊਥ ਕੋਰੀਆ 'ਚ ਵੀ ਆਏ, ਆਸਟ੍ਰੇਲੀਆ 'ਚ ਵੀ ਆਏ, ਲੇਕਿਨ ਸਕੂਲ ਬੰਦ ਨਹੀਂ ਹੋਏ। ਉਹ ਸਾਰੇ ਜਿਹੜੇ ਆਈਸੋਲੇਸ਼ਨ ਕੀਤੇ ਗਏ, ਸਾਰੇ ਜਿਹੜੇ ਹੈਗੇ ਬੱਚੇ ਠੀਕ ਹੋਏ, ਰਾਜ਼ੀ ਹੋਏ। ਕਈਆਂ ਨੂੰ ਕੋਵਿਡ ਐਕਸਪੋਜ਼ਰ ਹੀ ਹੋਇਆ ਸੀ, ਲੇਕਿਨ ਕੋਵਿਡ ਹੋਇਆ ਨਹੀਂ ਸੀ, ਹੈ ਨਾ। ਸੋ ਸਕੂਲ ਦੇ ਵਿੱਚ ਕੋਈ ਵੀ ਆ ਸਕਦਾ। ਮੈਂ ਹੁਣ ਪਿਛਲੇ 2-3 ਹਫ਼ਤਿਆਂ ਤੋਂ ਦੇਖ ਰਿਹਾ ਬੱਚਿਆਂ ਦੇ ਵਿੱਚ ਐਂਗਜ਼ਾਇਟੀ, ਇਮੋਸ਼ਨਲ ਅਪਸੈਟ, ਆਬਸੈਸਿਵ ਕੰਪਲਸਿਵ ਡਿਸਆਰਡਰ। 4-5 ਮਹੀਨੇ ਵਿਚਾਰੇ ਘਰ ਦੇ ਵਿੱਚ ਲੋਕਡਾਊਨ 'ਚ ਆ। ਸੋ ਉਹਨਾਂ ਨੂੰ ਖੇਲਣ ਵਾਸਤੇ, ਆਪਣੇ ਫਰੈਂਡਸ ਵਾਸਤੇ, ਸਿੱਖਣ ਵਾਸਤੇ, ਕਿਉਂਕਿ ਜਿੱਥੇ ਪੜ੍ਹਾਈ ਆ ਉੱਥੇ ਉਹਨਾਂ ਦਾ ਸੋਸ਼ਲ, ਇਮੋਸ਼ਨਲ ਅਤੇ ਮੈਂਟਲ ਜਿਹੜੀ ਹੈਲਥ ਹੈ ਉਹ ਵੀ ਇੰਪੋਰਟੈਂਟ ਹੈਗੀ, ਓਨੀ ਜਿੰਨੀ ਫਿਜ਼ੀਕਲ ਹੈਲਥ ਹੈਗੀ ਆ। ਸੋ ਇਹ ਹੁਣ ਪੈਰੈਂਟਸ ਦੇ ਹੱਥ 'ਚ ਹੈਗੇ ਆ। ਕਈ ਬੱਚੇ ਜਿਹੜੇ ਹੈਗੇ ਜਿਹੜੇ ਹੁਣ ਇਮਿਊਨੋਸਪਰੈਸ਼ਨ ਲੈ ਰਹੇ, ਜਿਨ੍ਹਾਂ ਨੂੰ ਹਾਰਟ ਦੇ ਪ੍ਰੋਬਲਮ ਹੈ ਵਗੈਰਾ, ਉਹਨਾਂ ਨੂੰ ਤਾਂ ਮੈਂ ਬਕਾਇਦਾ ਕਹਿ ਰਿਹਾ ਵੀ ਨਾ ਭੇਜੋ, ਵੀ ਇਹ ਤਾਂ ਡੈਫੀਨੇਟਲੀ ਹੈਗਾ। ਔਰ ਉਹਨਾਂ ਦੇ ਜਿਹੜੇ ਦੂਜੇ ਸਿਬਲਿੰਗਸ ਹੈ ਜਿਹੜੇ ਨਾਰਮਲ, ਉਹ ਵੀ ਨਾ ਜਾਣ, ਕਿਉਂਕਿ ਅਗਰ ਉਹ ਲੈ ਕੇ ਆਏ ਔਰ ਆਪਣੇ ਬ੍ਰਦਰ ਜਾਂ ਸਿਸਟਰ ਨੂੰ ਦਿੱਤਾ ਜਿਹੜਾ ਸਿੱਖ ਆ, ਉਹ ਜ਼ਿਆਦਾ ਇਨਫੈਕਟ ਹੋ ਸਕਦਾ ਹੈ ਨਾ ਇਸ਼ੂ ਦਾ, ਕੋਵਿਡ ਦਾ। ਸੋ ਇਹ ਅਗੇਨ ਜੂਰਿਸਡਿਕਸ਼ਨ ਪੈਰੈਂਟਸ ਦੇ ਹੱਥ 'ਚ। ਪਹਿਲੋਂ ਵੈਂਕੂਵਰ ਸਕੂਲ ਬੋਰਡ ਨੇ ਇਹ ਨਿਰਣੇ ਲਿੱਤਾ ਸੀ, ਔਰ ਮੇਰੇ ਖਿਆਲ ਨਾਲ ਸਰੀ ਸਕੂਲ ਬੋਰਡ ਨੇ ਵੀ ਪਿਛਲੇ ਹਫ਼ਤੇ ਨਿਰਣੇ ਲਿੱਤਾ। ਸੋ ਅਗੇਨ ਜਿਹੜੇ ਪੈਰੈਂਟਸ ਹੈਗੇ ਆ ਉਹ ਡਰੇ ਹੋਏ ਆ, ਔਰ ਉਹਨਾਂ ਨੂੰ ਆਪਸ਼ਨ ਹੈਗਾ ਜਨਵਰੀ ਤੱਕ ਵੀ ਉਹ ਭੇਜਣਾ ਚਾਹੁੰਦੇ ਜਾਂ ਨਹੀਂ ਭੇਜਣਾ ਚਾਹੁੰਦੇ। ਉਹਦੇ ਬਾਅਦ ਫਿਰ ਰੀਵੈਲੂਏਟ ਕਰ ਸਕਦੇ ਆ। ਪੜ੍ਹਾਈ ਵੀ ਇੰਪੋਰਟੈਂਟ ਆ, ਬੱਚੇ ਦੀ ਮਾਨਸਿਕਤਾ ਵੀ ਇੰਪੋਰਟੈਂਟ ਆ, ਬੱਚੇ ਦੀ ਓਵਰਆਲ ਜਿਹੜੀ ਡਿਵੈਲਪਮੈਂਟ ਆ ਉਹ ਵੀ ਇੰਪੋਰਟੈਂਟ ਹੈ। ਉਹਦੇ ਵਿੱਚ ਐਜੂਕੇਸ਼ਨ 2+2 = 4 ਬਹੁਤ ਛੋਟਾ ਹਿੱਸਾ ਹੁੰਦਾ ਐਕਚੁਅਲੀ। ਡਾਕਟਰ ਸਾਹਿਬ, ਓਵਰਆਲ ਦੁਨੀਆ ਦੇ ਵਿੱਚ ਅਸੀਂ ਇਹ ਵਾਇਰਸ ਦੇ ਸਿਰੇ ਤੇ ਪਹੁੰਚ ਚੁੱਕੇ ਹਾਂ ਵੀ ਜੋ ਮਾੜੇ ਤੋਂ ਮਾੜਾ ਹੋਣਾ ਸੀ ਉਹ ਲੰਘ ਗਿਆ। ਅਸੀਂ ਹੁਣ ਠੀਕ ਹੋਣ ਵੱਲ ਜਾ ਰਹੇ ਕਿ ਅਜੇ ਵੀ ਜਿੱਦਾਂ ਇੰਡੀਆ ਦੇ ਵਿੱਚ ਜੋ ਕੁਝ ਹੋ ਰਿਹਾ, ਹਜੇ ਵੀ ਇਹ ਉੱਪਰ ਨੂੰ ਗ੍ਰਾਫ ਜਾਣਾ ਜੀ ਇਹਦਾ? ਇੰਡੀਆ 'ਚ ਅਜੇ ਥੋੜ੍ਹਾ ਚਿਰ ਹੋਰ ਰਹੂਗਾ, ਕਿਉਂਕਿ ਅਜੇ ਵਾਇਰਸ ਘੁੰਮ ਰਿਹਾ ਯੂਪੀ ਦੇ ਵਿੱਚ, ਇੰਟੀਰੀਅਰ ਆਫ ਮਹਾਰਾਸ਼ਟਰ, ਹੋਰ ਸਟੇਟਸ ਦੇ ਵਿੱਚ ਘੁੰਮ ਰਿਹਾ। ਹੈਲਥ ਰਿਸੋਰਸਿਸ ਘੱਟ ਆ, ਐਜੂਕੇਸ਼ਨ ਘੱਟ ਆ, ਫਿਜ਼ੀਕਲ ਡਿਸਟੈਂਸ ਨਹੀਂ ਕਰ ਸਕਦਾ। ਜਿਹੜਾ 10x10 ਦੇ ਰੂਮ 'ਚ ਪੂਰਾ ਟੱਬਰ ਰਹਿੰਦਾ, ਗਰੀਬ ਇਨਸਾਨ, ਉਹ ਕਿੱਦਾਂ ਫਿਜ਼ੀਕਲ ਡਿਸਟੈਂਸ ਕਰ ਲੂਗਾ? ਭੁੱਖਮਰੀ ਆ, ਰੋਜੀ ਰੋਟੀ ਨਹੀਂ ਮਿਲਦੀ, ਇਮਿਊਨ ਸਿਸਟਮ ਕਈਆਂ ਦਾ ਵੀਕ ਹੈਗਾ, ਜਿਹਨੂੰ ਖੁਰਾਕ ਨਹੀਂ ਰੋਜ਼ ਮਿਲਦੀ ਖਾਣ ਨੂੰ, ਉਹ ਇਮਿਊਨ ਸਿਸਟਮ ਕਿੱਥੋਂ ਬਰਕਰਾਰ ਰੱਖ ਸਕਦਾ? ਸੋ ਅਜੇ ਹਿੰਦੁਸਤਾਨ ਦੇ ਵਿੱਚ ਨੰਬਰ ਵਧਣਗੇ, ਹਿੰਦੁਸਤਾਨ ਨੰਬਰ 1 'ਚ ਪਹੁੰਚੂਗਾ ਨੰਬਰ ਆਫ ਕੇਸਿਸ ਔਰ ਡੈਥਸ 'ਚ ਵੀ, ਜਦ ਤੱਕ ਇਹ ਮਹਾਮਾਰੀ ਫਿਨਿਸ਼ ਨਹੀਂ ਹੁੰਦੀ। ਲੇਕਿਨ ਇਹਦਾ ਜਿਹੜਾ ਵਰਸ ਪੀਰੀਅਡ ਅਸੀਂ ਕੈਨੇਡਾ 'ਚ ਦੇਖਿਆ ਉਹ ਸੀ ਬਜ਼ੁਰਗਾਂ ਦੇ ਵਿੱਚ ਡੈਥ। 90% ਸਾਡੀ ਡੈਥ ਹੋਈਆਂ 60 ਸਾਲ ਤੋਂ ਉੱਤੇ, ਅਤੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਬਹੁਤੇ ਜਿਹੜੇ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹ ਇਸ ਮਹਾਮਾਰੀ ਦੇ ਭੇਂਟ ਚੜ੍ਹ ਗਏ। ਹੁਣ ਉਹਦੇ ਵਿੱਚ ਇੰਪਲੀਮੈਂਟੇਸ਼ਨ, ਪੈਸਾ, ਵੈਂਟੀਲੇਸ਼ਨ, ਜਿਹੜੇ ਉੱਥੇ ਵਰਕਰ ਹੈਗੇ ਉਹਨਾਂ ਨੂੰ ਐਜੂਕੇਸ਼ਨ, ਸੇਫਟੀ ਪ੍ਰੋਟੋਕਾਲ, PPE। ਹੁਣ ਕੈਨੇਡਾ ਦੇ ਵਿੱਚ ਵੀ ਜਿਹੜਾ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਬਣਾਉਣ ਦੀ ਬਹੁਤ ਵੱਡੀ ਜਿਹੜੀ ਮੁਹਿੰਮ ਚੱਲ ਰਹੀ ਆ। ਔਰ ਇਹਦੇ ਨਾਲ ਦੇਖੋ ਅੱਛਾ ਹੈਗਾ ਵੀ ਅਸੀਂ ਕਿਸੇ 'ਤੇ ਨਿਰਭਰ ਨਾ ਹੋਈਏ, ਅਸੀਂ ਆਪਣਾ ਸਮਾਨ ਆਪ ਬਣਾਈਏ, ਔਰ ਉਹ ਕੁਆਲਿਟੀ ਅੱਛੀ ਹੋਏਗੀ ਜਿਹੜੀ ਕੈਨੇਡਾ ਦੇ ਵਿੱਚ ਮੈਨੂਫੈਕਚਰ ਹੋਊਗੀ। ਕੋਕਿਟਲਮ 'ਚ ਵੈਸਟ ਕੈਨ ਵਾਲੇ ਜਿਹੜੇ ਆਟੋ ਪਾਰਟਸ ਬਣਾਉਂਦੇ ਆ, ਉਹਨਾਂ ਨੇ ਮਸ਼ੀਨ ਲਾਤੀ ਆ ਮਾਸਕ ਬਣਾਉਣ ਦੀ, ਜਿਹੜੀ ਅੱਜ ਮੈਂ ਵੀਡੀਓ ਸ਼ੇਅਰ ਕੀਤੀ। ਸਰਦਾਰ ਨੇ, ਅੰਮ੍ਰਿਤਧਾਰੀ ਫੈਮਿਲੀ ਨੇ, ਅੱਛਾ ਜੀ, ਬਰਨਬੀ ਤੋਂ ਝੱਜ ਫੈਮਿਲੀ ਹੈਗੀ ਹੈ ਨਾ ਜੀ, ਤਾਂ ਉਹ ਆਟੋ ਪਾਰਟਸ ਦਾ ਕੰਮ ਕਰਦੇ ਸੀ, ਹੁਣ ਉਹ ਹੈਲਥ ਕੇਅਰ ਦੇ ਵਿੱਚ ਸ਼ਿਫਟ ਕੀਤਾ ਉਹਨਾਂ ਨੇ, ਹੈ ਨਾ। ਮਸ਼ੀਨ ਤਾਂ ਮਸ਼ੀਨ ਹੁੰਦੀ ਹੈ, ਭਾਵੇਂ ਆਟੋ ਪਾਰਟ ਬਣਾ ਲਓ ਜਾਂ ਹੋਰ ਚੀਜ਼ ਬਣਾ ਲਓ। ਸੋ ਇਨੋਵੇਸ਼ਨ ਆ ਰਿਹਾ। ਹਾਂ, ਮਹਾਮਾਰੀ ਹੈਗੀ ਆ, ਮਹਾਮਾਰੀ ਫਿਨਿਸ਼ ਵੀ ਹੋਊਗੀ,
ਔਰ ਇਹ ਜ਼ਰੂਰ ਫਿਨਿਸ਼ ਹੋਗੀ। ਹੋ ਸਕਦਾ ਵੀ ਸਾਲ ਸਵਾ ਸਾਲ ਹੋਰ ਲੱਗੇ। ਐਂਡ ਆਫ 21 ਜਾਂ ਅਰਲੀ 2022 ਤੱਕ ਕਾਫੀ ਹੱਦ ਤੱਕ ਅਸੀਂ ਕੋਵਿਡ ਦੀ ਗੱਲਾਂ ਫਿਰ ਕਰਨੀਆਂ ਬੰਦ ਕਰ ਦੋਗੇ, ਲੇਕਿਨ ਮਸਲਾ ਕੋਈ ਹੋਰ ਜਾਗ ਪਊਗਾ। ਬਿਲਕੁਲ ਇਹੋ ਜਿਹਾ ਮਸਲਾ ਤਾਂ ਨਾ ਜਾਗੇ ਜੀ ਜਿਹਨੇ ਪੂਰੀ ਨਹੀਂ, ਦੁਨੀਆ ਮਸਲਾ ਹਿਲਾ ਕੋਈ ਹੋਰ ਦਿੱਤੀ। ਜਾਗ ਸਕਦਾ ਹੈ ਨਾ। ਦੇਖੋ, ਇਨਸਾਨ ਹੈਗਾ ਤੇ ਉਹਦੇ ਨਾਲ ਬਿਮਾਰੀ ਵੀ ਹੈਗੀ ਹੈ। ਡਾਕਟਰ ਸਾਹਿਬ, ਇਹਦੇ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਵੀ ਸਾਨੂੰ, ਤੁਸੀਂ ਬਾਰ-ਬਾਰ ਇੱਕ ਜ਼ਿਕਰ ਕੀਤਾ ਜਦੋਂ ਦੇ ਅਸੀਂ ਸ਼ੁਰੂ ਦੇ ਮਾਰਚ ਦੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਵੀ ਸਾਨੂੰ ਇਹਦੇ ਨਾਲ ਰਹਿਣਾ ਸਿੱਖਣਾ ਚਾਹੀਦਾ। ਬਿਲਕੁਲ। ਇੱਕ ਪਰਸਨਲ ਸਵਾਲ ਤੁਹਾਨੂੰ ਮੈਂ ਪੁੱਛਦਾ ਜੀ ਤੁਹਾਡੀ ਬੇਟੀ ਦੀ ਮੈਰਿਜ ਸੀਗੀ ਜੀ ਜੀ ਔਰ ਤੁਸੀਂ ਉਹ ਮਤਲਬ ਇੱਕ ਐਗਜ਼ਾਮਪਲ ਸੀ ਕਿ ਬਿਲਕੁਲ ਲੋਕ ਲੰਘ ਰਹੇ ਆ ਘਰ ਦੇ ਅੱਗਿਓਂ ਦੀ ਬਲੈਸਿੰਗਸ ਦੇ ਰਹੇ ਆ, ਉਹ ਖੜੇ ਆ, ਜੀ। ਤੁਹਾਨੂੰ ਉਹ ਇਦਾਂ ਹੁਣ ਲੋਕਾਂ ਦੀ ਵੀ ਬਹੁਤ ਸਾਰੇ ਇਸੇ ਸਮੱਸਿਆ 'ਚ ਨੇ ਵੀ ਕੀ ਕਰੀਏ, ਵਿਆਹ ਕਰ ਦਈਏ, ਰੁਕ ਜਾਈਏ ਜਾਂ ਕਿੰਨਾ ਚਿਰ ਰੁਕ ਜਾਈਏ, ਕੋਈ ਸੈਲੀਬ੍ਰੇਸ਼ਨ ਆ, ਕੋਈ ਹੋਰ ਖੁਸ਼ੀ ਦੀ ਗੱਲ ਆ। ਹੁਣ ਤੁਹਾਨੂੰ ਜਾਂ ਤੁਸੀਂ ਇਹ ਫੈਮਿਲੀ ਕਿੱਦਾਂ ਫੀਲ ਕਰਦੇ ਹੋ ਵੀ ਕੋਈ ਇਦਾਂ ਰੰਜ ਜਿਹਾ ਨਹੀਂ ਲੱਗਦਾ ਵੀ ਅਸੀਂ ਉਹ ਸੈਲੀਬ੍ਰੇਸ਼ਨ ਕਰਨੀ ਸੀ, ਉਹ ਨਹੀਂ ਕੀਤੀ, ਅਸੀਂ ਸਧਾਰਨ ਤਰੀਕੇ ਦੇ ਨਾਲ ਕਰ ਲਿਆ, ਜਾਂ ਸੈਟੀਸਫਾਈਡ ਲੱਗਦੇ ਹੋ ਜੀ? ਮੇਰੇ ਖਿਆਲ ਨਾਲ ਇਹਦੇ ਵਿੱਚ ਬੱਚਿਆਂ ਨੂੰ ਵੀ ਜ਼ਿਆਦਾ ਖੁਸ਼ੀ ਮਿਲੀ ਤੇ ਅੱਛਾ ਜੀ। ਸਾਨੂੰ ਵੀ ਮਿਲੀ, ਅੱਛਾ ਜੀ। ਕਿਉਂਕਿ ਉਹੀ ਉੱਥੇ 25 ਕਾਰਾਂ ਗਈਆਂ ਹਾਂਜੀ। ਜਿਹੜੀਆਂ ਕੁਛ ਜ਼ਿੰਦਗੀ ਦੇ ਨਾਲ ਤਾਲੁਕਾਤ ਰੱਖਦੀਆਂ ਸੀ, ਵਾਹ। ਜਿਹੜੀ ਦਿਲ ਦੇ ਨਾਲ ਤਾਲੁਕਾਤ ਰੱਖਦੀਆਂ ਸੀ। ਔਰ ਕਿਸੇ ਦੇ ਦਿਲ ਨੂੰ ਛੋਹ ਲੈਣਾ ਇਹ ਬਹੁਤ ਵੱਡੀ ਕਲਾ ਹੁੰਦੀ ਆ। ਪੈਸੇ ਜਿਹੜੇ ਹੈਗੇ ਉਹਦੇ ਨਾਲ ਤੁਸੀਂ ਜੁਐਲਰੀ ਬਾਏ ਕਰ ਸਕਦੇ, ਕੱਪੜੇ ਬਾਏ ਕਰ ਸਕਦੇ, ਕਈ ਵਾਰ ਦਿਲ ਪ੍ਰਸੰਨ ਨਹੀਂ ਹੁੰਦਾ ਇਹ ਸਾਰਾ ਕਰਨ ਦੇ ਬਾਵਜੂਦ ਵੀ। ਹੁਣ ਕੋਵਿਡ ਫਿਨਿਸ਼ ਵੀ ਹੋ ਜਾਊਗਾ, ਜਿਹੜੀ ਮੇਰੀ ਦੂਜੀਆਂ ਬੇਟੀਆਂ ਉਹ ਕਹਿੰਦੇ ਅਸੀਂ ਮੈਰਿਜ ਸ਼ੋਰਟ ਹੀ ਰੱਖਣੀ, 50 ਦੀ ਰੱਖਣੀ। ਵਾਹ ਵਾਹ। ਸੋ ਦੇਖੋ, ਇਹਦੇ ਨਾਲ ਇੱਕ ਪ੍ਰੈਸੀਡੈਂਸ ਵੀ ਬਣ ਰਿਹਾ ਵੀ ਬੱਚੇ ਵੀ ਤੇ ਉਹਨਾਂ ਦੇ ਮਾਪੇ ਵੀ ਥੋੜੇ ਸਭੇ ਹੋ ਰਹੇ। ਦੇਖੋ, ਪੁਰਾਣੇ ਟਾਈਮ 'ਚ ਵੀ ਤੁਸੀਂ ਦੇਖੋ ਤੇ ਮੈਰਿਜ ਇੰਨੀ ਵੱਡੀਆਂ ਨਾ ਹੁੰਦੀਆਂ ਸੀ। ਇਹ ਤਾਂ ਅਸੀਂ ਹੁਣ ਪੰਜਾਬ 'ਚ ਵੀ ਮਤਲਬ ਗੌਰਵਮਈ ਹੋ ਗਏ ਹੈ ਨਾ, ਵੀ ਜਿੱਥੇ ਇੱਕ ਫਸਲ ਹੁੰਦੀ ਸੀ 2-3 ਹੋਣ ਲੱਗ ਪਈਆਂ, ਜੇਬਾਂ 'ਚ ਨੋਟ ਹੋਣ ਲੱਗ ਪਏ, ਟਰੈਕਟਰ ਹੋ ਗਏ। ਇੱਥੇ ਵੀ ਅਸੀਂ ਬਹੁਤ ਮੱਲਾਂ ਮਾਰੀਆਂ ਹੈ ਨਾ। ਜਿਹੜਾ ਪੰਜਾਬੀ ਆ ਬਹੁਤ ਰਿਚ ਹੈਗਾ ਕੈਨੇਡਾ ਦੇ ਵਿੱਚ, ਆਲ ਓਵਰ ਦਾ ਵਰਲਡ। ਈਵਨ ਹਿੰਦੁਸਤਾਨ 'ਚ 33% ਜਿਹੜੇ ਉਹਨਾਂ ਦੇ ਅਫੀਸ਼ੀਅਲ ਡੋਨਰਸ ਹੈਗੇ ਉਹ ਪੰਜਾਬੀ ਨੇ, ਸਿੱਖ ਨੇ। ਸੋ ਕਿਉਂ ਡੋਨੇਟ ਕਰਦੇ? ਕਿਉਂਕਿ ਪੈਸੇ ਕਮਾਉਂਦੇ ਆ ਅਸੀਂ, ਕਿਸੇ ਤੋਂ ਥੋੜੀ ਮੰਗਦੇ, ਅਸੀਂ ਤਾਂ ਹੱਥ ਇੱਦਾਂ ਰੱਖਣ ਮੰਗਦੇ, ਸਾਰੀ ਖਲਕਤ ਦੀ ਸੇਵਾ ਕਰਦੇ। ਉਹਦੇ ਨਾਲ ਇਹ ਸਾਰੀ ਚੀਜ਼ਾਂ ਵਧੀਆਂ। ਮੈਰਿਜ ਪੈਲੇਸਿਸ ਵਧੇ, 800 ਦਾ ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ 3000 ਦਾ ਕੱਠ ਵਾਲੇ ਵੀ ਇੱਥੇ ਮੈਰਿਜਸ ਦੇਖੀਆਂ ਹੋਈਆਂ। 3000 ਦੀ ਕੱਠ, ਜਿਹੜਾ ਉਹ ਹੇਡਨ ਫਾਰਮ ਦੇ ਵਿੱਚ ਟੌਸਨ ਦੇ ਲਾਗੇ ਹੁੰਦਾ ਸੀ, ਹੈਲੀਕਾਪਟਰ ਦੇ ਨਾਲ ਮੁੰਡਾ ਕੁੜੀ ਆਉਂਦੇ ਸੀ, 8 ਜਗ੍ਹਾ ਈਟਿੰਗ ਦਾ ਤੇ 6 ਜਗ੍ਹਾ ਮਤਲਬ ਕੁਰਸੀਆਂ ਲੱਗੀਆਂ ਹੁੰਦੀਆਂ, ਉਹ ਵੀ ਮੈਂ ਟਾਈਮ ਦੇਖਿਆ ਹੋਇਆ। ਲੇਕਿਨ ਮੈਂ ਕਿਤੇ ਨਾ ਕਿਤੇ ਦੇਖਦਾ ਵੀ ਅਸੀਂ ਆਪਣੀ ਰਿਐਲਿਟੀ ਤੋਂ ਬਹੁਤ ਬਾਹਰ ਨਿਕਲ ਗਏ ਸੀ। ਸੋ ਪਰਮਾਤਮਾ ਨਾ ਕਈ ਵਾਰ ਉਹ ਰੀਸੈਟ ਬਟਨ ਵੀ ਕਰਦਾ। ਜਿਹੜਾ ਨੇਚਰ ਹੈ ਨਾ, ਉਹਨੂੰ ਤੁਸੀਂ ਫਾਈਟ ਨਹੀਂ ਕਰ ਸਕਦੇ। ਹੁਣ ਕੋਵਿਡ ਦੇ ਟਾਈਮ ਦੇਖੋ ਪੋਜ਼ਿਟਿਵ ਚੀਜ਼ਾਂ ਕੀ ਹੋਈਆਂ। ਜਦੋਂ ਲਾਕਡਾਊਨ ਸੀ, ਜਿਹੜਾ ਪਾਣੀ ਸੀ ਗੰਦਲਾ ਉਹ ਸਾਫ਼ ਹੋਇਆ ਜੀ। ਜਿਹੜੀ ਡੋਲਫਿਨ ਮੱਛੀਆਂ ਉਹ ਇਟਲੀ ਦੇ ਕੋਸਟ ਦੇ ਲਾਗੇ ਆ ਕੇ ਛਲਾਂਗਾ ਮਾਰਨ ਦੇ, ਨਹੀਂ ਤਾਂ ਕਦੀ ਨਹੀਂ ਆਈਆਂ। ਜਿਹੜੀ ਬਤਕਾਂ ਹੈਗੀਆਂ ਉਹ ਤਹਿਰਾਨ ਦੇ ਰਨਵੇ ਤੋਂ ਜਾ ਰਹੀਆਂ ਸੀ, ਨਹੀਂ ਤਾਂ ਡਰਦੀਆਂ ਸੀ, ਪਲੇਨ ਹੀ ਉੱਥੇ 2-2 ਮਿੰਟ ਤੇ ਤੁਰੇ ਫਿਰਦੇ ਆ। ਜਿਹੜੀ ਹਵਾ ਆ ਉਹ ਸਾਫ਼ ਹੋਈ। ਤੁਸੀਂ ਹਿੰਦੁਸਤਾਨ ਦੇਖੋ, ਉਹ ਹਿਮਾਲਿਆਸ ਦੇਖਣ ਲੱਗ ਪਏ ਪੰਜਾਬ ਤੋਂ, ਹੈ ਨਾ। ਕਿਉਂ ਦੇਖੇ? ਕਿਉਂਕਿ ਹਵਾ ਦਾ ਪੋਲਿਊਸ਼ਨ ਖਤਮ ਹੋਇਆ। ਸੋ ਅਸੀਂ ਹੀ ਵਾਇਰਸ ਹੈਗੇ ਆ, ਅਸੀਂ ਹੀ ਅਸਲੀ ਵਾਇਰਸ ਤਾਂ ਅਸੀਂ ਗੰਦ ਫੈਲਾ ਰਹੇ ਹਾਂ, ਅਸੀਂ ਹੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਨੂੰ ਖਰਾਬ ਕਰਦੇ ਹਾਂ। ਸੋ ਉਹਨਾਂ ਦੀ ਰਿਸਪੈਕਟ ਕਰੀਏ ਔਰ ਬਾਬੇ ਨਾਨਕ ਦੀ ਆਖਰਲੀ ਜਪਜੀ ਸਾਹਿਬ ਦੀ ਪੌੜੀ ਦੇ ਵਿੱਚ ਜਿਹੜੀ ਆਪਾਂ ਗੱਲ ਆ ਉਹਦੇ 'ਤੇ ਪਹਿਰਾ ਦਈਏ। ਕਿਉਂਕਿ ਸਾਡੇ 4 ਬਿਲੀਅਨ ਸਾਲ ਪੁਰਾਣੀ ਧਰਤੀ ਹੈ। ਸਾਡੀ ਆਯੂ ਕਿੰਨੀ ਹੋ ਸਕਦੀ? 80 ਸਾਲ ਹੋ ਗਈ, 100 ਸਾਲ ਹੋ ਜਾਊਗੀ। ਉਸ ਤੋਂ ਬਾਅਦ ਤਾਂ ਇੱਥੋਂ ਕੂਚ ਕਰਨਾ ਹੀ ਪੈਣਾ। ਲੇਕਿਨ ਜਿਹੜੀ ਸਾਨੂੰ ਜਗ੍ਹਾ ਆਉਣ ਤੋਂ ਪਹਿਲੋਂ ਮਿਲੀ ਆ ਉਹਨੂੰ ਬਿਹਤਰ ਬਣਾ ਕੇ ਜਾਈਏ, ਤਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਕਹੀਏ ਵੀ ਬਾਪੂ ਸਿਆਣਾ ਸੀ। ਭਾਵੇਂ ਅਸੀਂ ਅਨਪੜ੍ਹ ਹੀ ਹੋਈਏ, ਸਿਆਣਪ ਲਿਟਰੇਸੀ ਦੇ ਨਾਲ ਕੁਝ ਨਹੀਂ ਹੁੰਦੀ। ਸੋ ਇਸ ਲਈ ਮੇਰੀ ਇਹ ਹਮੇਸ਼ਾ ਬੇਨਤੀ ਹੁੰਦੀ ਆ ਵੀ ਨੇਚਰ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਨੇਚਰ ਬਲਵਾਨ ਆ, ਤੁਸੀਂ ਉਹਦੇ ਨਾਲ ਕੁਝ ਨਹੀਂ ਕਰ ਸਕਦੇ। ਹੁਣ ਫੋਰੈਸਟ 'ਚ ਅੱਗਾਂ ਲੱਗਦੀਆਂ, ਕੀ ਕਰ ਲੋਗੇ ਤੁਸੀਂ? ਬੁਝਾ ਹੀ ਸਕਦੇ ਹੋ, ਹੋਰ ਕੀ ਕਰ ਸਕਦੇ? ਉਹ ਵੀ ਹੈ ਨਾ। ਸੁਨਾਮੀ ਆ ਗਈ, ਕੀ ਕਰ ਸਕਦੇ? ਪਾਣੀ ਥੱਲੇ ਤੁਹਾਨੂੰ ਹੁਣ ਉਹ ਬਹਾਵ ਤੋਂ ਜਾਣਾ ਪਏਗਾ। ਅਰਥਕੁਏਕ ਆ ਗਈ ਤੇ ਜ਼ਮੀਨ ਪਾਟ ਗਈ, ਇੱਥੇ ਕੀ ਕਰੋਗੇ? ਡਿੱਗਣਾ। ਸੋ ਨੇਚਰ ਦੇ ਨਾਲ ਖਿਲਵਾੜ ਕਦੀ ਨਹੀਂ ਕਰਨਾ ਚਾਹੀਦਾ, ਕਿਉਂਕਿ ਕੁਦਰਤ ਸਭ ਤੋਂ ਬਲਵਾਨ ਹੈਗੀ ਜੀ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ। ਅੱਜ ਇੱਕ ਬੀਬੀ ਦਾ ਮੈਨੂੰ ਆਇਆ ਸੀ ਵੀ ਸਿਮਰਨ ਕਿੱਦਾਂ ਕਰਨਾ। ਮੈਂ ਕਿਹਾ ਵੀ ਭਗਤ ਨਾਮਦੇਵ ਜੀ ਕਹਿੰਦੇ ਆ ਵੀ ਆਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀ ਵਾਲੇ 5 ਜਨਾ ਸੋ ਬਾਤ ਬਤੂਆ ਚੀਜ਼ ਸੋ ਡੋਰੀ ਰਾਖੇ ਵਾਲੇ ਮਨ ਰਾਮ ਨਾਮਾ ਬੇਦੀ ਵਾਲੇ। ਵੀ ਇਹ ਸਿਮਰਨ ਤਾਂ ਹਮੇਸ਼ਾ ਹੋਣਾ ਚਾਹੀਦਾ। ਉਹਦੀ ਯਾਦ ਜਿਹੜੀ ਹੈਗੀ ਨਾ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਇਹ ਵੋਲੰਟਰੀ ਕੋਸ਼ਿਸ਼ ਕਰਕੇ ਨਹੀਂ ਵੀ ਚੌਂਕੜੀ ਮਾਰ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਤਾਂ ਇੱਕ ਰੈਪੀਟੀਸ਼ਨ ਹੋ ਗਈ।
ਸੋ ਤੁਹਾਡੀ ਜਿਹੜੀ ਯਾਦ ਹੈਗੀ ਆ, ਜਿਹੜੀ ਮਧੁਰ ਯਾਦ ਆ, ਉਹ ਹਮੇਸ਼ਾ ਹੋਣੀ ਚਾਹੀਦੀ ਆ। ਜਿੱਦਾਂ ਇੱਕ ਆਨੇ ਦੀ ਪਤੰਗ ਲੈ ਕੇ ਉਹਨੂੰ ਆਕਾਸ਼ 'ਚ ਚੜਾਈਏ, ਡੋਰੀ ਹੱਥ 'ਚ ਆ, ਦੋਸਤਾਂ ਦੇ ਨਾਲ ਗੱਲਬਾਤ ਕਰ ਰਹੇ ਆ, ਲੇਕਿਨ ਤੁਹਾਡਾ ਧਿਆਨ ਪਤੰਗ ਤੇ ਆ। ਕਦੀ ਕਦੀ ਦੇਖ ਲਈ, ਲੇਕਿਨ ਡੋਰੀ ਤੁਹਾਡੇ ਹੱਥ 'ਚ ਆ। ਜਦੋਂ 9 ਘੜੇ ਬੀਬੀਆਂ ਰੱਖਦੀਆਂ ਸੀ, ਇੱਕ ਦੇ ਉੱਤੇ ਇੱਕ ਖੂਹ 'ਚ ਪਾਣੀ ਲੈਣ ਜਾਂਦੀਆਂ ਸੀ, ਹਸਤ ਵਿਨੋਦ ਕਰਤ ਹੈ ਚੀਤ ਸੋ ਗਾਗਰ ਰੱਖਿਆ, ਲੇਕਿਨ ਚੇਤੋਂ ਨਾ ਕਦੀ ਡਿੱਗਦਾ ਨਾ ਸੀ। ਗਾਂ ਜਿਹੜੀ ਹੈਗੀ ਬੜੇ ਦੂਰ ਜਾਂਦੀ ਹੈ ਚਰਨ ਵਾਸਤੇ, ਲੇਕਿਨ ਧਿਆਨ ਉਹਦਾ ਬਛੜੇ 'ਚ ਹੁੰਦਾ ਵੀ ਮੇਰੇ ਬਛੜਾ ਜਿਹੜਾ ਉਹ ਚੀਂ ਤੱਕ ਨਾ ਕਰੇ। ਸੋ ਇਸ ਲਈ ਜਿਹੜੀ ਹੈਗੀ ਗੱਲ ਹੁੰਦੀ ਆ ਅਟੈਚਮੈਂਟ ਦੀ, ਗੱਲ ਹੁੰਦੀ ਆ ਚਾਅ ਦੀ, ਗੱਲ ਹੁੰਦੀ ਆ ਵੀ ਆਪਣੇ ਅੰਤਿਸ਼ਕਰਨ ਦੇ ਵਿੱਚ ਉਹਦਾ ਜਿਹੜਾ ਹੈਗਾ ਸ਼ਬਦ ਗੁਰੂ ਦਾ ਜਿਹੜਾ ਹੈਗਾ ਬੋਲ, ਉਹ ਹਮੇਸ਼ਾ ਚੱਲਦਾ ਰਹੇ। ਹੁਣ ਜਦੋਂ ਆਪਾਂ ਗੱਲ ਵੀ ਕਰ ਰਹੇ ਹਾਂ, ਉਦੋਂ ਵੀ ਚੱਲਦਾ ਰਹੇ ਬੈਕਗਰਾਊਂਡ 'ਚ, ਉਠਤ ਬੈਠਤ ਤੁਹਾਡੇ ਕੰਮ 'ਚ ਚੱਲਦਾ ਰਹੇ, ਤੁਹਾਡੇ ਸੌਣ ਦੇ ਟਾਈਮ ਚੱਲਦਾ ਰਹੇ। ਸੌਂਦਿਆਂ ਵੀ ਵਾਹੋ ਕਰੇ, ਉੱਠਦਿਆਂ ਵੀ ਵਾਹੋ ਕਰੇ। ਸੋ ਵਾਹੋ ਦੇ ਨਾਲ ਸੋਈਏ ਤੇ ਵਾਹੋ ਦੇ ਨਾਲ ਉੱਠੀਏ। ਸੋ ਇੰਨੀ ਇੱਕ ਗੱਲਬਾਤ ਹੈਗੀ, ਬਹੁਤ ਵੱਡੀ ਜੋੜੀ ਤੇ ਹੈ ਨਹੀਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਡਾਕਟਰ ਪੁਰਜੀ ਹੁਣਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਬਹੁਤ ਸਾਰੇ ਉਹਨਾਂ ਨੇ ਅਪਡੇਟ ਸਾਡੇ ਨਾਲ ਸਾਂਝੀਆਂ ਕੀਤੀਆਂ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।